ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਇੱਕ ਬਹੁਤ ਹੀ ਅਹਿਮ ਵਿਸ਼ਾ ਸ਼ੁਰੂ ਕਰ ਰਹੇ ਹਾਂ। ਆਮ ਤੌਰ ਤੇ ਮਿਸਲਾਂ ਦਾ ਨਾਮ ਤਾਂ ਅਸੀਂ ਲੈਂਦੇ ਹਾਂ, ਪਰ 12 ਮਿਸਲਾਂ ਦੇ ਬਾਰੇ ਜਾਣਕਾਰੀ ਬਹੁਤ ਘੱਟ ਸਾਡੇ ਕੋਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਖਾਲਸੇ ਦਾ ਜੱਦੋ-ਜਹਿਦ ਦਾ ਕੇਂਦਰ ਤਕਰੀਬਨ ਅੰਮ੍ਰਿਤਸਰ ਬਣਦਾ ਹੈ। ਔਰ ਅੰਮ੍ਰਿਤਸਰ ਦੇ ਵਿੱਚ ਸਾਲ 'ਚ 2 ਵਾਰੀ ਵਿਸਾਖੀ ਤੇ ਦੀਵਾਲੀ ਦੇ ਉੱਤੇ ਸਿੰਘ ਅੰਮ੍ਰਿਤਸਰ ਦੇ ਵਿੱਚ ਜੁੜਦੇ ਸਨ। ਇਹਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਸੀ। ਇਸ ਇਕੱਠ ਨੂੰ ਇਕੱਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਤੇ ਕਰਦੇ ਤੇ ਸਰਬਸੰਮਤੀ ਨਾਲ ਇਹ ਮਤੇ ਪਾਸ ਹੁੰਦੇ। ਪਾਸ ਹੋਣ ਤੋਂ ਬਾਅਦ ਇਹਨੂੰ ਗੁਰਮਤਾ ਕਿਹਾ ਜਾਂਦਾ ਸੀ। ਤੇ ਗੁਰੂ ਦਾ ਭਾਵ ਹੈ ਗੁਰੂ, ਤੇ ਗੁਰਮਤੇ ਦਾ ਅਰਥ ਹੈ ਸਲਾਹ, ਰਾਏ ਜਾਂ ਨਸੀਹਤ। ਇਹ ਜਿਹੜਾ ਮਤਾ ਪਾਸ ਹੋ ਜਾਂਦਾ ਸੀ, ਉਹਨੂੰ ਗੁਰੂ ਦੀ ਮਰਜ਼ੀ ਕਹਿ ਕੇ ਸਿੱਖ ਸਨਮਾਨਦੇ ਸੀ, ਸਤਿਕਾਰਦੇ ਸੀ। ਹਰ ਕੋਈ ਉਸ ਗੁਰਮਤੇ ਦੇ ਉੱਤੇ, ਉਸ ਗੁਰਮਤੇ ਨੂੰ ਮੰਨਦਾ ਸੀ, ਫੁੱਲ ਵੀ ਚੜਾਉਂਦਾ ਸੀ। ਅੱਜ ਵਾਲਾ ਹਾਲ ਨਹੀਂ ਸੀ ਵੀ ਜਥੇਦਾਰ ਜੋ ਮਰਜ਼ੀ ਕਵੇ, ਕਿਉਂਕਿ ਜਥੇਦਾਰ ਦਾ ਢੰਗ ਹੀ ਅੱਜ ਬਦਲ ਗਿਆ। ਤੇ ਉਹ ਮਿਸਲਾਂ ਦੇ ਵਿੱਚੋਂ ਸਿੱਖ ਜੱਦੋ-ਜਹਿਦ ਦੇ ਵਿੱਚੋਂ 1708 ਤੋਂ ਬਾਅਦ ਦਾ ਜੋ ਸਮਾਂ ਜੱਦੋ-ਜਹਿਦ ਦਾ ਹੈ, ਉਹਦੇ ਵਿੱਚੋਂ ਸਿੱਖ ਨਿਕਲੇ, ਰਾਜ ਭਾਗ ਕਾਇਮ ਹੋਇਆ, ਸੁਲਤਾਨ ਉਲ ਕੌਮ ਜੱਛਾ ਸਿੰਘ ਆਹਲੂਵਾਲੀਆ ਬਣੇ। ਤੇ ਉਸ ਤੋਂ ਬਾਅਦ ਇਹ ਮਿਸਲਾਂ ਦਾ ਸਮਾਂ ਨਾਲ-ਨਾਲ ਚੱਲਦਾ ਹੈ। ਤੇ ਇਹ ਮਿਸਲਾਂ ਕਿਵੇਂ ਹੋਂਦ ਵਿੱਚ ਆਈਆਂ, ਇਹਦਾ ਕੀ ਇਤਿਹਾਸ ਹੈ, ਇਹ ਅਸੀਂ ਸਾਰਾ ਵਿਚਾਰ ਕਰਾਂਗੇ। ਵੀਰ ਤੇਜਿੰਦਰ ਸਿੰਘ ਜੀ ਸਾਨੂੰ ਇਹ ਜਾਣਕਾਰੀ ਦੇ ਰਹੇ ਹਨ। ਬੇਨਤੀ ਕਰਦਾ ਵੀਰ ਤੇਜਿੰਦਰ ਸਿੰਘ ਜੀ, ਕਿਰਪਾ ਕਰੋ, ਸਿੱਖ ਮਿਸਲਾਂ ਦਾ ਇਤਿਹਾਸ ਸਾਡੇ ਨਾਲ ਸਾਂਝਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਤਿਕਾਰਯੋਗ ਵੀਰ ਹਰਜੀਤ ਸਿੰਘ ਜੀ ਨੇ ਆਪ ਜੀ ਨੂੰ ਅੱਜ ਦੇ ਵਿਸ਼ੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੈ, ਆਓ ਇਸ ਦਾ ਮੁੱਢ, ਮਿਸਲ ਕਿਸ ਨੂੰ ਕਹਿੰਦੇ ਹਨ, ਕਿੰਨੀਆਂ ਮਿਸਲਾਂ ਸਨ, ਔਰ ਉਹਨਾਂ ਦਾ ਪਿਛੋਕੜ ਜਿਹੜਾ ਹੈ ਉਹ ਅਸੀਂ ਅੱਜ ਵਿਚਾਰਨਾ ਹੈ। ਔਰ ਮੇਰਾ ਇਹ ਵਿਚਾਰ ਹੈ ਕਿ ਜਿਹੜੀਆਂ 12 ਮਿਸਲਾਂ ਹਨ, ਹਰੇਕ ਮਿਸਲ ਦੇ ਬਾਰੇ ਸਾਨੂੰ ਕੁਝ ਨਾ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਉਸ ਮਿਸਲ ਦੀਆਂ ਕੀ ਪ੍ਰਾਪਤੀਆਂ ਹਨ। ਤੇ ਆਓ ਉਸ ਅੱਜ ਦੇ ਵਿਸ਼ੇ ਨੂੰ ਆਰੰਭ ਕਰਦੇ ਹੋਏ ਅਸੀਂ ਦੇਖਦੇ ਹਾਂ ਕਿ ਜੋ ਸਿੱਖਾਂ ਦਾ ਜੋ ਸੰਘਰਸ਼ ਦਾ ਸਮਾਂ ਹੈ, ਉਹ ਪਹਿਲੇ ਜਿਹੜੇ ਇੱਥੇ ਰਹਿਣ ਵਾਲੇ ਵਸਿੰਦੇ ਸਨ, ਫਿਰ ਮੁਗਲ ਆਏ, ਮੁਗਲਾਂ ਤੋਂ ਬਾਅਦ ਫਿਰ ਜਿਹੜੇ ਹਨ ਉਹ ਅਬਦਾਲੀ ਆਏ। ਤੋ ਇਹ ਸਾਰਿਆਂ ਨੇ ਸਿੱਖਾਂ ਦੇ ਜਿਹੜੀ ਹੋਂਦ ਹੈ ਉਸ ਨੂੰ ਮੁਕਾਉਣ ਦਾ ਤਹੀਆ ਜਿਹੜਾ ਉਹ ਕਰ ਲਿਆ। ਤੋ ਸਭ ਤੋਂ ਪਹਿਲਾਂ ਅੱਜ ਅਸੀਂ ਇਹ ਦੇਖਦੇ ਹਾਂ ਕਿ ਮਿਸਲ ਕਹਿੰਦੇ ਕਿਹਨੂੰ ਹਨ। ਮਿਸਲ ਇੱਕ ਅਰਬੀ ਸ਼ਬਦ ਹੈ ਜਿਸ ਦੇ ਮਤਲਬ ਹਨ ਬਰਾਬਰ, ਅਤੇ ਇਸੇ ਸ਼ਬਦ ਨੂੰ ਫਾਰਸੀ ਭਾਸ਼ਾ ਵਿੱਚ ਅਗਰ ਅਸੀਂ ਦੇਖੀਏ ਤਾਂ ਇਸ ਨੂੰ ਦਸਤਾਵੇਜ਼ ਅਤੇ ਫਾਈਲ ਦੇ ਅਰਥਾਂ ਵਿੱਚ ਵੀ ਅਸੀਂ ਪ੍ਰਯੋਗ ਕਰਦੇ ਹਾਂ। ਹਰ ਇੱਕ ਜਥੇ ਦੀ ਆਪਣੀ ਫਾਈਲ ਹੁੰਦੀ ਜੋ ਅੰਮ੍ਰਿਤਸਰ ਕੇਂਦਰੀ ਦਫ਼ਤਰ ਵਿੱਚ ਰੱਖੀ ਜਾਂਦੀ ਸੀ, ਜਿਸ ਵਿੱਚ ਹਰ ਜਥੇ ਦੇ ਜਥੇਦਾਰਾਂ ਅਤੇ ਜਵਾਨਾਂ ਦੁਆਰਾ ਲੜੀ ਗਈ ਲੜਾਈਆਂ, ਯੁੱਧ ਗਤੀਵਿਧੀਆਂ, ਪ੍ਰਾਪਤ ਫਤਿਹ
ਅਤੇ ਯੁੱਧਾਂ ਵਿੱਚ ਸ਼ਹੀਦ ਹੋਏ ਜਿਹੜੇ ਸਿੰਘ ਸਨ ਉਹਨਾਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਹੁਣ ਇਸ ਤੋਂ ਅਗਲੀ ਗੱਲ ਜਿਹੜੀ ਅਸੀਂ ਦੇਖਦੇ ਹਾਂ ਕਿ ਇਹ ਮਿਸਲਾਂ ਜਿਹੜੀਆਂ ਹਨ ਉਹ ਕਿੰਨੀਆਂ ਮਿਸਲਾਂ ਹਨ। 12 ਮਿਸਲਾਂ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ। ਤਾਂ ਆਓ ਇੱਕ ਵਾਰੀ ਨਜ਼ਰ ਮਾਰੀਏ ਕਿ ਕਿਹੜੀਆਂ ਕਿਹੜੀਆਂ ਮਿਸਲਾਂ ਸਨ। ਪਹਿਲੀ ਮਿਸਲ ਹੈ ਭੰਗੀ, ਜਿਹਦੇ ਵਿੱਚ ਭਾਈ ਰੂਮਾ ਸਿੰਘ ਜੀ, ਭੂਮਾ ਸਿੰਘ ਜੀ ਅਤੇ ਉਹਨਾਂ ਦਾ ਸਪੁੱਤਰ ਭਾਈ ਹਰੀ ਸਿੰਘ ਜੀ। ਦੂਸਰੀ ਨਿਸ਼ਾਨ ਵਾਲੀਆ, ਜੋ ਦਲ ਖਾਲਸੇ ਦਾ ਝੰਡਾ ਚੁੱਕਦੇ ਸਨ ਅਤੇ ਅੱਗੇ ਰਹਿੰਦੇ ਸਨ, ਭਾਈ ਦਸੌਂਧਾ ਸਿੰਘ ਜੀ। ਤੀਸਰਾ ਸ਼ਹੀਦ ਬਾਬਾ ਵੀਰ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ। ਚੌਥਾ ਰਾਮਗੜੀਆ, ਭਾਈ ਹਰਦਾਸ ਸਿੰਘ, ਪਿੱਛੋਂ ਸਰਦਾਰ ਜੱਸਾ ਸਿੰਘ ਜੀ, ਜਿਨ੍ਹਾਂ ਨੂੰ ਰਾਮ ਰੌਣੀ ਦੇ ਕਿਲੇ ਦਾ ਇੰਚਾਰਜ ਹੋਣ ਕਰਕੇ ਰਾਮਗੜ੍ਹ ਵੀ ਕਿਹਾ ਜਾਂਦਾ ਸੀ, ਰਾਮਗੜ੍ਹੀ। ਪੰਜਵੀਂ ਹੈ ਨਕਈ, ਲਾਹੌਰ ਦੇ ਨਾਕੇ ਉੱਤੇ ਭਾਈ ਹੀਰਾ ਸਿੰਘ, ਨੱਥਾ ਸਿੰਘ ਜੀ। ਛੇਵਾਂ ਹੈ ਆਲੂਵਾਲੀਆ, ਸਰਦਾਰ ਜੱਸਾ ਸਿੰਘ, ਪਿੰਡ ਆਲੂਵਾਲ ਦੇ ਜੋ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਨ, ਉਹ ਇਸ ਮਿਸਲ ਦੇ ਇੰਚਾਰਜ ਸਨ। ਫਿਰ ਹੈ ਸਤਵੀਂ ਕਨਈਆ ਮਿਸਲ, ਸਰਦਾਰ ਖੁਸ਼ਹਾਲ ਸਿੰਘ ਤੇ ਸਰਦਾਰ ਜੈ ਸਿੰਘ, ਪਿੰਡ ਕਨਈਆ ਵਾਲੇ। ਅੱਠਵੀਂ ਹੈ ਫੈਜ਼ਲਪੁਰੀਆ ਜਾਂ ਸਿੰਘਪੁਰੀਆ, ਜਿਸ ਦੇ ਨਵਾਬ ਕਪੂਰ ਸਿੰਘ ਜੀ, ਜੋ ਪਿੰਡ ਫੈਜ਼ਲਪੁਰੀਆ ਤੋਂ ਸਨ, ਉਹ ਇਸ ਦੇ ਜਥੇਦਾਰ ਸਨ। ਫਿਰ ਡੱਲੇਵਾਲੀਆ, ਜਿਹੜੀ ਹੈ ਪਿੰਡ ਦੇ ਨਾਂ ਤੇ ਸਰਦਾਰ ਗੁਰਦਿਆਲ ਸਿੰਘ ਇਸ ਜਥੇ ਦੇ ਮਿਸਲ ਦੇ ਜਥੇਦਾਰ ਸਨ। ਫਿਰ 10ਵੀਂ ਹੈ ਸ਼ੁਕਰ ਚੱਕੀਆ, ਜੋ ਪਿੰਡ ਸ਼ੁਕਰ ਚੱਕੀਆ ਦੇ ਸਰਦਾਰ ਚੜ੍ਹਤ ਸਿੰਘ, ਜੋ ਇਸ ਦੇ ਇੰਚਾਰਜ ਸਨ, ਇਹਨਾਂ ਦੇ ਨਾਂ ਦੇ ਉੱਪਰ ਸ਼ੁਕਰ ਚੱਕੀਆ ਮਿਸਲ ਪਈ। 11ਵੀਂ ਮਿਸਲ ਹੈ ਕਰੋੜ ਸਿੰਘੀਆ, ਜਿਸ ਦੇ ਵੀ ਸਰਦਾਰ ਕਰੋੜਾ ਸਿੰਘ ਤੇ ਮਗਰੋਂ ਸਰਦਾਰ ਬਘੇਲ ਸਿੰਘ ਜੀ, ਜਿਨ੍ਹਾਂ ਦਿੱਲੀ ਫਤਿਹ ਕੀਤੀ ਸੀ, ਉਹ ਇਸ ਦੇ ਜਥੇਦਾਰ ਰਹੇ ਹਨ। ਹੁਣ ਇਸ ਤੋਂ ਬਾਅਦ ਜੋ 12ਵੀਂ ਮਿਸਲ ਹੈ, ਉਹ 12ਵੀਂ ਮਿਸਲ ਹੈ ਜਿਹਦੇ 'ਚ ਕਿ ਪਟਿਆਲਾ ਦੇ ਵਿੱਚ ਨਾਭਾ, ਜੀਂਦ, ਇਹ ਜਿਹੜੇ ਇਲਾਕੇ ਸਨ, ਇਹ ਉਸ ਦੇ ਵਿੱਚ ਸ਼ਾਮਲ ਸਨ। ਤੋ ਇਹ 12ਵੀਂ ਮਿਸਲ ਜਿਹੜੀ ਹੈ, ਇਹ 12 ਮਿਸਲਾਂ ਦੇ ਨਾਮ ਹੈ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ। ਤੋ ਆਓ ਹੁਣ ਇਸ ਦੇ ਆਰੰਭ ਵਿੱਚ ਚੱਲੀਏ ਤੇ ਦੇਖੀਏ ਕਿ ਕਿਸ ਤਰੀਕੇ ਨਾਲ ਸਾਨੂੰ ਇਹ ਮਿਸਲਾਂ ਦਾ ਜਿਹੜਾ ਇਤਿਹਾਸ ਹੈ ਉਸ ਦੇ ਬਾਰੇ ਸਾਨੂੰ ਪਤਾ ਲੱਗਦਾ ਹੈ। ਆਓ ਥੋੜੀ ਪਿਛੋਕੜ ਵੱਲ ਚੱਲਦੇ ਹਾਂ। 18ਵੀਂ ਸਦੀ ਪੂਰੇ ਭਾਰਤ ਵਿੱਚ ਅਰਾਜਕਤਾ ਦਾ ਦੌਰ ਸੀ। ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਮੁਗਲ ਸਲਤਨਤ ਨੂੰ ਝੰਜੋੜ ਕੇ ਰੱਖ ਦਿੱਤਾ। ਪੰਜਾਬ ਵਿੱਚ ਕੋਈ ਵੀ ਮੁਗਲ ਬਾਦਸ਼ਾਹ ਅਮਨ ਚੈਨ ਕਾਇਮ ਕਰਨ ਵਿੱਚ ਕਾਮਯਾਬ ਨਹੀਂ ਹੋਇਆ। ਮੁਗਲ ਹਕੂਮਤ ਤਕਰੀਬਨ ਖਤਮ ਹੋਣ ਤੇ ਆ ਚੁੱਕੀ ਸੀ। ਪੰਜਾਬ ਸਰਹੱਦੀ ਇਲਾਕੇ ਦੇ ਹੋਣ ਦੇ ਨਾਲ-ਨਾਲ ਉਪਜਾਊ ਤੇ ਅਮੀਰ ਵੀ ਸੀ, ਜਿਸ ਦੇ ਤਹਿਤ ਕਈਆਂ ਦੀ ਨਜ਼ਰ ਇਸ ਉੱਤੇ ਟਿਕੀ ਹੋਈ ਸੀ। ਇੱਕ ਪਾਸੇ ਮੁਸਲਮਾਨ ਸ਼ਾਸਕ ਸਿੱਖਾਂ ਦੀ ਹੋਂਦ ਇਸ ਧਰਤੀ ਤੋਂ ਮਿਟਾਉਣ ਲਈ ਤੜਪ ਰਹੇ ਸਨ ਤੇ ਦੂਜੇ ਪਾਸੇ ਅਫਗਾਨੀ, ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰੇ ਇਸ ਨੂੰ ਆਪਣੇ ਰਾਜ ਵਿੱਚ ਮਿਲਾਉਣ ਦੀ ਚਾਹਤ ਰੱਖਦੇ ਸਨ। ਸਿੱਖ ਸ਼ਹਾਦਤਾਂ ਦੇ ਰਸਤੇ ਤੇ ਤੁਰ ਕੇ ਆਪਣੀ ਹੋਂਦ, ਆਪਣੀ ਸਿੱਖੀ ਵਿਰਸੇ ਤੇ ਆਪਣੇ ਪੰਜਾਬ ਨੂੰ ਸੰਭਾਲਣ ਦੀ ਜਦੋਜਹਿਦ ਵਿੱਚ ਲੱਗ ਗਏ। 18ਵੀਂ ਸਦੀ ਦੀਆਂ ਪ੍ਰਮੁੱਖ ਘਟਨਾਵਾਂ ਵਿੱਚੋਂ ਛੋਟਾ ਤੇ ਵੱਡਾ ਘੱਲੂਘਾਰਾ ਇਤਿਹਾਸਕ ਦ੍ਰਿਸ਼ਟੀ ਤੋਂ ਖਾਸ ਅਹਿਮੀਅਤ ਰੱਖਦੇ ਹਨ। ਛੋਟਾ ਘੱਲੂਘਾਰਾ 1746 ਈਸਵੀ ਵਿੱਚ ਕਾਹਨੂੰਵਾਲ, ਗੁਰਦਾਸਪੁਰ ਵਿਖੇ ਤੇ ਵੱਡਾ ਫਰਵਰੀ 1762 ਵਿੱਚ ਮਲੇਰਕੋਟਲਾ ਦੇ ਨੇੜੇ ਪਿੰਡ ਕੂਪ ਰੋਹੀੜਾ ਦੀ ਧਰਤੀ ਤੋਂ ਸ਼ੁਰੂ ਹੋ ਕੇ ਧਲੇਰ ਝਨੇਰ ਵਿੱਚ ਦੀ ਹੁੰਦਾ ਹੋਇਆ ਅੱਗੇ ਪਿੰਡ ਕੁਤਬਾ ਬਾਹਮਣੀਆਂ ਕੋਲ ਜਾ ਕੇ ਖਤਮ ਹੋਇਆ। ਇਹਨਾਂ ਘੱਲੂਘਾਰਿਆਂ ਵਿੱਚ ਬੇਅੰਤ ਸ਼ਹੀਦੀਆਂ ਹੋਈਆਂ। ਪਹਿਲੇ ਘੱਲੂਘਾਰੇ ਵਿੱਚ ਇੱਕੋ ਥਾਂ ਤੇ ਇੱਕੋ ਵੇਲੇ ਤਕਰੀਬਨ 20,000 ਦੇ ਕਰੀਬ ਤੇ ਵੱਡੇ ਘੱਲੂਘਾਰੇ ਵਿੱਚ 30 ਤੋਂ 40,000 ਵਹੀਰਾਂ ਨਾਲ ਆਏ ਬੱਚੇ, ਬੱਚੀਆਂ, ਔਰਤਾਂ, ਬੁੱਢੇ ਤੇ ਨੌਜਵਾਨ ਜਿਹੜੇ ਹਨ ਉਹ ਸਿੱਖ ਸ਼ਹੀਦ ਹੋਏ। ਇਹ ਦੌਰ ਸਿੱਖਾਂ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਇੱਕ ਲੰਬੀ ਦਾਸਤਾਨ ਹੈ।
ਇਹ ਉਹ ਸਮਾਂ ਸੀ ਜਦੋਂ ਗੁਰੂ ਕੇ ਸਿੰਘਾਂ, ਬੀਬੀਆਂ, ਬੱਚਿਆਂ ਨੇ ਆਪਣੇ ਧਰਮ ਹੇਤ ਸੀਸ ਦਿੱਤੇ। ਕੇਸਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤੇ ਆਰਿਆਂ ਨਾਲ ਚਰਾਏ ਗਏ। ਮਾਸੂਮ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾਉਣ ਵਾਲੀਆਂ 300 ਬੀਬੀਆਂ ਨੇ ਵੀ ਆਪਣਾ ਸਿਦਕ ਨਹੀਂ ਹਾਰਿਆ। ਇਸ ਸਦੀ ਵਿੱਚ ਸਿੱਖਾਂ ਨੇ ਜਿਤਨਾ ਅੱਤ ਦਾ ਸਾਹਮਣਾ ਕੀਤਾ, ਜਿਤਨੇ ਉਤਾਰ ਚੜਾਵ ਦੇਖੇ, ਜਿਤਨਾ ਖੂਨ ਡੋਲਿਆ, ਦੁਨੀਆ ਦੇ ਕਿਸੇ ਇਤਿਹਾਸ ਵਿੱਚ ਇਸ ਦੀ ਮਿਸਾਲ ਨਹੀਂ ਮਿਲਦੀ। ਸਬਰ ਤੇ ਸਿਦਕ ਦੀਆਂ ਜਿਨ੍ਹਾਂ ਸ਼ਿਖਰਾਂ ਨੂੰ ਇਹਨਾਂ ਬੀਬੀਆਂ ਨੇ ਛੋਇਆ, ਉਸ ਦੀ ਵੀ ਆਪਣੀ ਇੱਕ ਜਿਹੜੀ ਹੈ ਨਵੇਕਲੀ ਥਾਂ ਹੈ। ਬੀਬੀਆਂ ਦੇ ਗਲੇ ਵਿੱਚ ਉਹਨਾਂ ਦੇ ਦੁੱਧ ਪੀਂਦੇ ਬੱਚੇ ਜਿਹੜੇ ਉਹਨਾਂ ਕੋਲੋਂ ਖੋਹ ਕੇ ਤੇ ਉੱਤੇ ਉਛਾਲ ਕੇ ਨੇਜੇ ਦੇ ਨਾਲ ਟੰਗੇ ਗਏ, ਤੇ ਫਿਰ ਉਹਨਾਂ ਦੀ ਅੱਖਾਂ ਦੇ ਸਾਹਮਣੇ ਉਹਨੇ ਟੋਟੇ ਕਰਕੇ ਉਹਨਾਂ ਦੇ ਗਲੇ ਵਿੱਚ ਹਾਰ ਪਵਾਏ ਗਏ, ਤੇ ਉਹਨਾਂ ਬੀਬੀਆਂ ਨੇ ਸੀ ਨਹੀਂ ਕੀਤੀ ਤੇ ਭਾਣਾ ਮਿੱਠਾ ਕਰਕੇ ਮੰਨਿਆ। ਤੇ ਸ਼ਾਮ ਨੂੰ ਜਿਸ ਵੇਲੇ ਰਹਿਰਾਸ ਦਾ ਟਾਈਮ ਹੋਇਆ, ਤਾਂ ਰਹਿਰਾਸ ਦਾ ਪਾਠ ਕਰਨ ਤੋਂ ਬਾਅਦ ਉਹ ਬੀਬੀਆਂ ਨੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ 4 ਪਹਿਰ ਦਿਨ ਸੁੱਖ ਨਾਲ ਬਤੀਤ ਹੋਇਆ। ਖਾਲਸਾ ਜੀ, ਧਿਆਨ ਮਾਰੋ ਕਿ ਜਿਨ੍ਹਾਂ ਦੇ ਬੱਚੇ ਉਹਨਾਂ ਦੀਆਂ ਕੁੱਖਾਂ ਵਿੱਚੋਂ ਝੋਲੀ ਚੋਂ ਖੋਈਆਂ ਹੋਣ, ਔਰ ਫਿਰ ਉਹਨਾਂ ਨੂੰ ਨੇਜੇ ਤੇ ਟੰਗਿਆ ਜਾਏ ਉਹਨਾਂ ਦੇ ਸਾਹਮਣੇ, ਤੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਾਏ ਹੋਏ, ਉਸ ਨੂੰ ਵੀ ਪ੍ਰਮਾਤਮਾ ਦਾ ਭਾਣਾ ਮੰਨ ਕੇ ਤੇ ਕਹਿਣਾ ਕਿ ਸੱਚੇ ਪਾਤਸ਼ਾਹ ਸ਼ੁਕਰ ਹੈ 4 ਪਹਿਰ ਦਿਨ ਸੁੱਖ ਨਾਲ ਬਤੀਤ ਹੋ ਗਿਆ ਹੈ, ਤੇ ਬਾਕੀ 4 ਪਹਿਰ ਦਾ ਸਮਾਂ ਆਪ ਜੀ ਸੁੱਖ ਨਾਲ ਬਤੀਤ ਕਰਨਾ। ਤੋ ਇਹ ਇੱਕ ਹੱਦ ਸੀ ਜਿਹੜੀ ਸਿਦਕ ਦੀ, ਸਿੱਖੀ ਸਿਦਕ ਦੀ। ਇਹਨਾਂ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਅੱਜ ਵੀ ਹਰ ਗੁਰਦੁਆਰੇ ਵਿੱਚ, ਹਰ ਕਾਰਜ, ਚਾਹੇ ਉਹ ਗਮੀ ਦਾ ਹੋਵੇ ਜਾਂ ਖੁਸ਼ੀ ਦਾ ਹੋਵੇ, ਹਰ ਸਿੱਖ ਦਿਨ ਰਾਤ ਅਰਦਾਸ ਕਰਦਾ ਹੈ। ਇਸ ਵਕਤ ਤੱਕ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਮੁਗਲ ਸਲਤਨਤ ਖੋਖਲੀ ਹੋ ਚੁੱਕੀ ਸੀ। ਦਿੱਲੀ ਦੀ ਹਕੂਮਤ ਸਿਰਫ ਦਿੱਲੀ ਤੱਕ ਹੀ ਸੀਮਤ ਰਹਿ ਗਈ ਸੀ। ਤਖਤ ਤੇ ਫਰਖਸ਼ੀਅਰ ਤੇ ਮੁਹੰਮਦ ਸ਼ਾਹ ਰੰਗੀਲੇ ਵਰਗੇ ਐਸ਼ ਪ੍ਰਸਤ ਤੇ ਕਮਜ਼ੋਰ ਬਾਦਸ਼ਾਹ ਬੈਠੇ ਸੀ। ਛੋਟੇ ਰਾਜਿਆਂ ਤੇ ਸੂਬਿਆਂ ਦਾ ਬੋਲਬਾਲਾ ਸੀ, ਜੋ ਆਪਣੇ ਸਵਾਰਥ, ਈਰਖਾ ਤੇ ਹੰਕਾਰ ਜਾਂ ਆਪਣੀਆਂ ਹੱਦਾਂ ਵਧਾਉਣ ਲਈ ਆਪਸ ਵਿੱਚ ਹੀ ਲੜਦੇ ਰਹਿੰਦੇ ਸਨ। ਉਹਨਾਂ ਦੇ ਹਾਕਮ ਆਪਣੀ ਹੀ ਪ੍ਰਜਾ ਉੱਤੇ ਅਤਿਆਚਾਰ ਕਰਦੇ। ਦਿੱਲੀ ਦੀ ਹਕੂਮਤ ਕਮਜ਼ੋਰ ਹੋਣ ਕਰਕੇ ਵਿਦੇਸ਼ੀ ਹਮਲੇ ਤੇ ਉਹਨਾਂ ਦੀ ਲੁੱਟ ਖਸੁੱਟ ਦਾ ਸ਼ਿਕਾਰ ਬਣੇ। ਇਹ ਗੱਲ ਆਮ ਸੀ। ਇਹ ਲੁੱਟ ਖਸੁੱਟ ਕਰਨ ਵਾਲੇ ਧੜ ਵੀ ਜ਼ਿਆਦਾਤਰ ਅਫਗਾਨਿਸਤਾਨ ਵੱਲੋਂ ਆਉਂਦੇ ਤੇ ਹਿੰਦੁਸਤਾਨ ਤੋਂ ਲੱਖਾਂ ਕਰੋੜਾਂ ਦੀ ਸੰਪਤੀ, ਹੀਰੇ ਜਵਾਹਰਾਤ ਤੇ ਜਵਾਨ ਬੱਚੇ ਬੱਚੀਆਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ ਤੇ ਕਾਬਲ ਵਿੱਚ ਜਾ ਕੇ ਗਜ਼ਨੀ ਦੇ ਬਾਜ਼ਾਰ ਵਿੱਚ ਟਕੇ ਤੇ ਵੇਚਦੇ। ਹਿੰਦੂ ਮੰਦਰਾਂ ਵਿੱਚ ਘੰਟੀਆਂ ਵਜਾਉਂਦੇ ਰਹਿ ਜਾਂਦੇ ਤੇ ਇਹਨਾਂ ਦੀਆਂ ਬੱਚੇ ਬੱਚੀਆਂ ਦਾ ਗਜ਼ਨੀ ਦੇ ਬਾਜ਼ਾਰਾਂ ਵਿੱਚ ਮੁੱਲ ਪੈ ਜਾਂਦਾ ਤੇ ਉਹਨਾਂ ਦੀ ਇੱਜ਼ਤ ਤਾਰ ਹੋ ਜਾਂਦੀ। ਪਹਿਲੀ ਵਾਰੀ ਜਦ ਨਾਦਰ ਸ਼ਾਹ ਸਿਰਫ 500 ਸਿਪਾਹੀਆਂ ਨਾਲ ਹਿੰਦੁਸਤਾਨ ਆਇਆ, ਤਾਂ ਲੱਖਾਂ ਕਰੋੜਾਂ ਦੀ ਸੰਪਤੀ ਲੁੱਟ ਕੇ ਲੈ ਗਿਆ। ਕਿਸੇ ਨੇ ਉਸ ਦਾ ਰਾਹ ਨਹੀਂ ਰੋਕਿਆ। ਇਸ ਨੇ ਅਫਗਾਨੀਆਂ ਨੂੰ ਜਾ ਕੇ ਕਿਹਾ ਕਿ ਤੁਸੀਂ ਆਪਸ ਵਿੱਚ ਕਿਉਂ ਲੜ ਰਹੇ ਹੋ? ਜਾਓ ਹਿੰਦੁਸਤਾਨ ਨੂੰ ਜਾ ਕੇ ਲੁੱਟੋ, ਜਿੱਥੇ ਕੋਈ ਮਰਦ ਨਹੀਂ ਹੈ। ਖਾਲਸਾ ਜੀ, ਨੋਟ ਕਰਨ ਵਾਲੀ ਗੱਲ ਹੈ ਕਿ ਉਹਨੇ, ਨਾਦਰ ਸ਼ਾਹ ਨੇ ਜਾ ਕੇ ਅਫਗਾਨੀਆਂ ਨੂੰ ਕਿਹਾ ਕਿ ਹਿੰਦੁਸਤਾਨ ਜਾ ਕੇ ਲੁੱਟੋ ਜਿੱਥੇ ਕੋਈ ਮਰਦ ਨਹੀਂ ਹੈ। ਬਸ ਫਿਰ ਕੀ ਸੀ, ਨਾਦਰ ਸ਼ਾਹ ਤੇ ਉਸਦੇ ਪਿੱਛੋਂ ਅਹਿਮਦ ਸ਼ਾਹ ਅਬਦਾਲੀ ਦੇ ਕਈ ਲਗਾਤਾਰ ਹਮਲੇ ਹੋਏ। ਪੰਜਾਬ ਕਿਉਂਕਿ ਸਰਹੱਦੀ ਇਲਾਕਾ ਸੀ, ਇਸ ਕਰਕੇ ਇਸ ਰਾਜਨੀਤਿਕ ਉਥਲ-ਪੁਥਲ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਤੇ ਹੁੰਦਾ। ਕੋਈ ਵੀ ਮੁਗਲ ਬਾਦਸ਼ਾਹ ਪੰਜਾਬ ਵਿੱਚ ਅਮਨ ਚੈਨ ਕਾਇਮ ਕਰਨ ਵਿੱਚ ਸਫਲ ਨਹੀਂ ਹੋਇਆ, ਸੋ ਸਿੱਖਾਂ ਨੂੰ ਆਪਣੀ ਸੁਰੱਖਿਆ ਖੁਦ ਕਰਨੀ ਪਈ। ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਆਪ ਨੂੰ ਜਥਿਆਂ ਵਿੱਚ ਵੰਡ ਲਿਆ। ਹੌਲੀ ਇਹ ਜਥੇ ਵਧਦੇ 65 ਤੱਕ ਪੁੱਜ ਗਏ। ਇਹਨਾਂ ਨੇ ਆਪਣੇ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਵੱਖ-ਵੱਖ ਪਿੰਡਾਂ ਦੀ ਸੁਰੱਖਿਆ ਦਾ ਭਾਰ ਆਪਣੇ ਜ਼ਿੰਮੇ ਲੈ ਲਿਆ, ਜਿਸ ਕਰਕੇ ਹੌਲੀ ਇਹ ਪਿੰਡ ਆਪਣੇ ਰੱਖਿਅਕ ਦੇ ਪ੍ਰਭਾਵ ਹੇਠਾਂ ਆ ਗਏ।
1726 ਦਾ ਜ਼ਿਕਰ ਹੈ ਕਿ ਜ਼ਕਰੀਆ ਖਾਨ ਦਾ ਪੰਜਾਬ ਨੂੰ ਗਵਰਨਰ ਨਿਯੁਕਤ ਕੀਤਾ ਗਿਆ, ਜਿਸ ਨੇ ਰਹਿੰਦੀ ਖਹਿੰਦੀ ਕਸਰ ਵੀ ਪੂਰੀ ਕਰ ਦਿੱਤੀ। ਇਹ ਜ਼ਕਰੀਆ ਖਾਨ ਸੀ ਜਿਹਦੇ ਸਮੇਂ ਅੰਦਰ ਪੱਤਾ ਪੱਤਾ ਸਿੱਖਾਂ ਦਾ ਵੈਰੀ ਸੀ ਤੇ ਸਿੱਖਾਂ ਨੂੰ ਆਪਣੇ ਘਰ ਘਾਟ ਵੀ ਛੱਡਣੇ ਪਏ ਸਨ। ਸਿੱਖਾਂ ਦਾ ਸਮੂਹਕ ਕਤਲੇਆਮ ਹੋਇਆ, ਸਿੱਖਾਂ ਦੇ ਸਿਰਾਂ ਤੇ ਮੁੱਲ ਪਏ। ਉਸਨੇ ਇੱਕ ਹੁਕਮਨਾਮਾ ਜਾਰੀ ਕੀਤਾ, ਸਿੱਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ ਤਲਾਈ ਤੇ ਕੰਬਲ, ਸਿੱਖਾਂ ਬਾਰੇ ਖਬਰ ਦੇਣ ਲਈ 10 ਰੁਪਏ, ਸਿੱਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੁਪਏ। ਸਿੱਖਾਂ ਦੇ ਸਿਰਾਂ ਤੇ ਮੁੱਲ ਵੱਧਦੇ ਘਟਦੇ ਰਹੇ ਤੇ ਕਦੇ-ਕਦੇ 80 ਰੁਪਏ ਤੱਕ ਪਹੁੰਚ ਜਾਂਦੇ। ਉਹਨਾਂ ਦੇ ਘਰਾਂ ਨੂੰ ਲੁੱਟਣ ਦੀ ਸਰਕਾਰ ਵੱਲੋਂ ਪੂਰੀ ਖੁੱਲੀ ਛੁੱਟ ਸੀ। ਸਿੱਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜ਼ਾਏ ਮੌਤ ਦੀ ਸਜ਼ਾ ਮੁਕਰਰ ਕੀਤੀ ਗਈ। ਸਿੱਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ। ਸਿੱਖਾਂ ਨੂੰ ਢੂੰਡਣ ਲਈ ਥਾਂ-ਥਾਂ ਤੇ ਗਸ਼ਤੀ ਫੌਜ ਤਾਇਨਾਤ ਕਰ ਦਿੱਤੀ ਗਈ। ਅੰਮ੍ਰਿਤਸਰ ਦੇ ਆਸ-ਪਾਸ ਸਖਤ ਪਹਿਰਾ ਲਗਾ ਦਿੱਤਾ ਗਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਪੱਤਾ ਸਿੱਖਾਂ ਦਾ ਵੈਰੀ ਬਣ ਗਿਆ। ਇਨਾਮ ਦੇ ਲਾਲਚ ਕਰਕੇ ਲੋਕ ਟੋਲ ਕੇ ਸਿੱਖਾਂ ਦੀ ਸੂਚਨਾ ਦੇਣ ਲੱਗੇ। ਇਨਾਮ ਦੀ ਲਾਲਸਾ ਇੱਥੋਂ ਤੱਕ ਵੱਧ ਗਈ ਕਿ ਲੋਕੀ ਜਵਾਨ ਬੱਚੀਆਂ ਤੇ ਇਸਤਰੀਆਂ ਦੇ ਕੇਸ ਕੱਟ ਉਹਨਾਂ ਨੂੰ ਸਿੱਖ ਜਿਨ੍ਹਾਂ ਦੀ ਅਜੇ ਦਾੜੀ ਮੁੱਛ ਨਹੀਂ ਆਈ ਦਿਖਾ ਹਾਕਮਾਂ ਨੂੰ ਪੇਸ਼ ਕਰਨ ਲੱਗ ਪਏ ਤੇ ਇਨਾਮ ਲੈਣ ਲੱਗ ਪਏ। ਜਿਨ੍ਹਾਂ ਸਿੱਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿੱਚ ਹਿੱਸਾ ਨਹੀਂ ਸੀ ਲਿਆ, ਉਹਨਾਂ ਨੂੰ ਵੀ ਪਕੜ ਕੇ ਮਾਰਿਆ ਜਾਣ ਲੱਗਾ, ਕਿਉਂਕਿ ਉਹਨਾਂ ਦਾ ਜਿਹੜਾ ਇੱਕੋ ਹੀ ਸੀ ਜੁਰਮ ਕਿ ਉਹ ਸਿੱਖ ਸਨ ਤੇ ਕੇਸਾਧਾਰੀ ਸਨ ਤੇ ਉਹਨਾਂ ਦੇ ਸਿਰ ਤੇ ਦਸਤਾਰ ਸੀ। ਬਲਕਿ ਉੱਤਰ ਪੱਛਮ ਤੋਂ ਹਾਕਮਾਂ ਦਾਜ ਦੇ ਬਾਰੇ ਕਿਸੇ ਨੇ ਵੀ ਇਹਨਾਂ ਤੋਂ ਕੋਈ ਮੁਖਬਰੀ ਨਹੀਂ ਕੀਤੀ, ਕੁਛ ਨਹੀਂ ਕੀਤਾ। ਲੇਕਿਨ ਬਹੁਤ ਸਾਰੇ ਪਿੰਡਾਂ ਦੇ ਚੌਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਵਿੱਚ ਪਿੱਛੇ ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿੱਤਾ, ਬਲਕਿ ਉੱਤਰ ਪੱਛਮ ਤੋਂ ਆਏ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰਿਆਂ ਨੂੰ ਵੀ ਸਿੱਖਾਂ ਦਾ ਪੂਰਾ ਖੋਜ ਮਿਟਾਉਣ ਵਿੱਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ ਦਿੱਤੀ। ਸ਼ਹੀਦ ਕਰਨ ਦੇ ਕੁੱਲ 18 ਤਰੀਕੇ ਸੀ ਜੋ ਸਾਰੇ ਸਿੰਘਾਂ ਦੇ ਉੱਪਰ ਅਜਮਾਏ ਗਏ। ਸਿੱਖ ਆਪਣੇ ਧਰਮ ਤੇ ਹੋਂਦ ਨੂੰ ਬਚਾਉਣ ਲਈ ਮਜਬੂਰਨ ਉਹਨਾਂ ਨੂੰ ਘਰ-ਬਾਰ ਛੱਡ ਕੇ ਜੰਗਲਾਂ, ਪਹਾੜਾਂ, ਬੀਆਬਾਨਾਂ ਤੇ ਮਾਰੂਥਲਾਂ ਵਿੱਚ ਜਾ ਕੇ ਬਹਿਣਾ ਪਿਆ। ਹਰ ਸਮੇਂ ਮੌਤ ਉਹਨਾਂ ਦਾ ਪਿੱਛਾ ਕਰਦੀ, ਫਿਰ ਵੀ ਸਿੱਖ ਚੜ੍ਹਦੀ ਕਲਾ ਵਿੱਚ ਰਹੇ ਤੇ ਅਕਾਲ ਪੁਰਖ ਦੇ ਹੁਕਮ ਅੱਗੇ ਸਿਰ ਝੁਕਾਉਂਦੇ ਆਪਣੇ ਫਰਜ਼ਾਂ ਤੋਂ ਮੂੰਹ ਨਹੀਂ ਸਨ ਮੋੜਦੇ। ਆਪਣੀ ਸ਼ਰਨ ਵਿੱਚ ਆਏ ਹਰ ਮਜ਼ਲੂਮ ਦੀ ਰਾਖਿਆ ਕਰਦੇ। ਸੰਨ 1733-34 ਦੇ ਦੌਰਾਨ ਖਾਲਸੇ ਨੂੰ ਜਿੰਨਾ ਸਮਾਂ ਸ਼ਾਂਤੀ ਵਾਲਾ ਮਿਲਿਆ, ਉਸ ਵੇਲੇ ਪੰਥ ਦਾ ਖੁੱਲ੍ਹ ਕੇ ਪ੍ਰਚਾਰ ਅਤੇ ਪ੍ਰਸਾਰ ਹੋਇਆ। ਜ਼ਕਰੀਆ ਖਾਨ ਨੂੰ ਸਿੰਘਾਂ ਦੀ ਚੜ੍ਹਦੀ ਕਲਾ ਵਾਲੀ ਇਹ ਖੇਡ ਤਾਂ ਬਿਲਕੁਲ ਨਹੀਂ ਪਾ ਰਹੀ ਸੀ। ਇਧਰ ਸੂਈਆਂ ਦੀ ਖਬਰ ਅਨੁਸਾਰ ਖਾਲਸਾ ਪੰਥ ਇੱਕ ਜਗੀਰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਆਪਣੀ ਜਗੀਰ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਸੁਣ ਕੇ ਜ਼ਕਰੀਆ ਖਾਨ ਦੀ ਨੀਂਦ ਹਰਾਮ ਹੋ ਗਈ। ਜ਼ਕਰੀਆ ਖਾਨ ਨੇ 4000 ਸਿਪਾਹੀਆਂ ਦੀ ਫੌਜ ਨੂੰ ਸਿੰਘਾਂ ਦਾ ਸਫਾਇਆ ਕਰਨ ਲਈ ਭੇਜਿਆ ਅਤੇ ਨਾਲ-ਨਾਲ ਪਿੰਡਾਂ ਦੇ ਚੌਧਰੀਆਂ, ਨੰਬਰਦਾਰਾਂ ਅਤੇ ਜਗੀਰਦਾਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਪਿੰਡਾਂ ਵਿੱਚੋਂ ਸਿੱਖਾਂ ਦਾ ਖਾਤਮਾ ਕਰ ਦਿੱਤਾ ਜਾਏ। ਇਹ ਉਹ ਭਿਆਨਕ ਸਮਾਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਇਸ ਭਿਆਨਕ ਸਮੇਂ ਸਿੰਘਾਂ ਨੇ ਫਿਰ ਤੋਂ ਜੰਗਲਾਂ, ਪਹਾੜਾਂ, ਝੱਲਾਂ ਅਤੇ ਮਾਰਥੁਲਾਂ ਵੱਲ ਮੁਹਾਰ ਮੋੜੀ। ਇਸ ਸਮੇਂ ਦੇ ਹਿੰਦੂ ਪਰਿਵਾਰਾਂ ਵਿੱਚੋਂ ਜਦੋਂ ਕੋਈ ਪੁੱਤਰ ਸਿੰਘ ਸੱਜ ਜਾਂਦਾ ਤਾਂ ਉਸਦੇ ਮਾਪੇ ਹਕੂਮਤ ਤੋਂ ਡਰਦੇ ਮਾਰੇ ਆਪਣੇ 4 ਪੁੱਤਰਾਂ ਦੀ ਥਾਂ ਗਿਣਤੀ 3 ਹੀ ਦੱਸਦੇ ਸਨ। ਇਸ ਸਮੇਂ ਸਿੱਖ ਬੀਬੀਆਂ, ਬੱਚਿਆਂ ਤੇ ਬਜ਼ੁਰਗਾਂ ਉੱਪਰ ਬਹੁਤ ਕਹਿਰ ਵਰਤਿਆ। ਜਿਹੜਾ ਵੀ ਸਿੱਖ ਹਕੂਮਤ ਦੇ ਕਾਬੂ ਆਇਆ, ਉਸ ਨੂੰ ਭਿਆਨਕ ਤਸੀਹੇ, ਸਿਰ ਕਲਮ ਕਰਨਾ, ਖਲ ਉਤਾਰਨੀ, ਚਰਖੜੀ ਤੇ ਚਾੜ ਕੇ ਸ਼ਹੀਦ ਕਰਨਾ, ਬੱਚਿਆਂ ਨੂੰ ਨੇਜੇ ਉੱਤੇ ਟੰਗਣਾ, ਅੱਖਾਂ ਕੱਢ ਦੇਣੀਆਂ, ਘੋੜਿਆਂ ਦੇ ਪਿੱਛੇ ਬੰਨ੍ਹ ਕੇ ਧੂਣਾ ਅਤੇ ਹੋਰ ਕਈ ਤਰ੍ਹਾਂ ਦੇ ਭਿਆਨਕ ਤਸੀਹੇ ਦਿੱਤੇ ਜਾਂਦੇ ਸਨ। ਲਾਹੌਰ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਸਿੱਖਾਂ ਦੇ ਸਿਰਾਂ ਦੇ
ਮੁਨਾਰੇ ਜਿਹੜੇ ਹਨ ਉਹ ਚਿਣੇ ਗਏ। ਇੱਧਰ ਸਨ 1738 ਵਿੱਚ ਨਾਦਰ ਸ਼ਾਹ ਨੇ ਦਿੱਲੀ ਵਿੱਚ 1 ਲੱਖ ਤੋਂ ਉੱਪਰ ਵਿਅਕਤੀਆਂ ਨੂੰ ਮਰਵਾ ਦਿੱਤਾ ਅਤੇ ਜਦੋਂ ਉਹ 70 ਕਰੋੜ ਮੁੱਲ ਦੇ ਗਹਿਣੇ, 25 ਕਰੋੜ ਜੰਗ ਦਾ ਇਵਜ਼ਾਨਾ, 1000 ਹਾਥੀ, 7000 ਘੋੜੇ ਤੇ 10,000 ਊਠ, ਹਜ਼ਾਰਾਂ ਦੀ ਗਿਣਤੀ ਵਿੱਚ ਮਾਹਰ ਕਾਰੀਗਰਾਂ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਮਾਰੋ ਮਾਰ ਕਰਦਾ ਪੰਜਾਬ ਵਿੱਚੋਂ ਵਾਪਸ ਲੰਘ ਰਿਹਾ ਸੀ ਤਾਂ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਅਚਾਨਕ ਹਮਲਾ ਕਰਕੇ ਬੰਦੀ ਔਰਤਾਂ ਨੂੰ ਛੁਡਾਇਆ ਅਤੇ ਨਾਦਰ ਸ਼ਾਹ ਲੁੱਟ ਦੇ ਮਾਲ ਵਿੱਚੋਂ ਹਿੱਸਾ ਵੰਡਾਇਆ। ਨਾਦਰ ਸ਼ਾਹ ਨੇ ਗੁੱਸੇ ਵਿੱਚ ਆ ਕੇ ਜ਼ਕਰੀਆ ਖਾਨ ਨੂੰ ਪੁੱਛਿਆ ਕਿ ਇਹ ਸਿੱਖ ਕੌਣ ਹਨ ਜਿਨ੍ਹਾਂ ਨੇ ਮੇਰੇ ਵਰਗੇ ਬੰਦੇ ਦਾ ਰਾਹ ਰੋਕਣ ਦੀ ਹਿੰਮਤ ਕੀਤੀ ਹੈ? ਇਹਨਾਂ ਦਾ ਕਿਹੜਾ ਮੁਲਕ ਹੈ? ਤਾਂ ਜ਼ਕਰੀਆ ਖਾਨ ਨੇ ਇਹੀ ਕਿਹਾ ਕਿ ਇਹਨਾਂ ਦਾ ਕੋਈ ਮੁਲਕ ਨਹੀਂ, ਕੋਈ ਘਰ-ਬਾਰ ਨਹੀਂ, ਇਹ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਹਨ, ਮਿਲੇ ਤਾਂ ਖਾ ਲੈਂਦੇ ਹਨ, ਨਹੀਂ ਤੇ ਭੁੱਖੇ ਹੀ ਸੌਂ ਜਾਂਦੇ ਹਨ। ਜੰਗਲਾਂ ਵਿੱਚ ਇਹਨਾਂ ਦਾ ਵਾਸਾ ਹੈ, ਸਭ ਬੜੇ ਪਿਆਰ ਨਾਲ ਰਹਿੰਦੇ ਹਨ। ਜਦੋਂ ਕਦੀ ਲੰਗਰ ਦਾ ਇੰਤਜ਼ਾਮ ਹੋ ਜਾਵੇ ਤਾਂ ਪਹਿਲੇ ਭੁੱਖੇ ਲੋੜਵੰਦ ਨੂੰ ਖਵਾ ਕੇ ਬਚੇ ਤਾਂ ਆਪ ਖਾ ਲੈਂਦੇ ਹਨ। ਜਿਤਨੇ ਮਾਰੋ ਉਤਨੇ ਹੋਰ ਆ ਜਾਂਦੇ ਹਨ। ਸੁਣਿਆ ਹੈ ਅੰਮ੍ਰਿਤਸਰ ਵਿੱਚ ਇੱਕ ਸਰੋਵਰ ਹੈ ਜਿਸ ਵਿੱਚ ਡੁਬਕੀ ਲਗਾ ਕੇ ਫਿਰ ਤਰੋ-ਤਾਜ਼ਾ ਹੋ ਜਾਂਦੇ ਹਨ। ਤਾਂ ਨਾਦਰ ਸ਼ਾਹ ਨੇ ਹਾਲਤ ਸਮਝਦੇ ਜ਼ਕਰੀਆ ਖਾਨ ਨੂੰ ਸੁਚੇਤ ਕੀਤਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਕੌਮ ਇਸ ਮੁਲਕ ਤੇ ਰਾਜ ਕਰੇਗੀ। ਉਸ ਵੇਲੇ ਸਿੱਖ ਪੰਥ ਕੋਲ ਬਹੁਤ ਹੀ ਦੂਰ ਅੰਦੇਸ਼ੀ, ਮਹਾਬਲੀ, ਨਿਰਭੈ, ਜੰਗੀ ਜਰਨੈਲ ਤੇ ਆਗੂ ਸੀ ਜਿਸ ਨੂੰ ਸਿੱਖ ਪੰਥ ਵਿੱਚ ਨਵਾਬ ਕਪੂਰ ਸਿੰਘ ਕਹਿ ਕੇ ਜਾਣਿਆ ਜਾਂਦਾ ਹੈ। ਸਨ 1721 ਵਿੱਚ ਸਰਦਾਰ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤ ਛਕਿਆ। ਇਸ ਕਹਿਰ ਦੇ ਬਾਵਜੂਦ ਖਾਲਸੇ ਦੀ ਚੜ੍ਹਦੀ ਕਲਾ ਰਹੀ। ਇੱਕ ਵਾਰ ਤਾਂ ਨਵਾਬ ਕਪੂਰ ਸਿੰਘ ਜੀ ਹਕੂਮਤ ਨੂੰ ਖਾਲਸੇ ਦਾ ਤੇਜ ਪ੍ਰਤਾਪ ਦਰਸਾਉਣ ਲਈ 20 ਸਿੰਘਾਂ ਦਾ ਜਥਾ ਲੈ ਕੇ ਲਾਹੌਰ ਦੀ ਕੋਤਵਾਲੀ ਵਿੱਚ ਪਹੁੰਚ ਗਏ ਅਤੇ ਕੋਤਵਾਲ ਨੂੰ ਬੰਦੀ ਬਣਾ ਲਿਆ। ਸਾਰਾ ਸਰਕਾਰੀ ਅਸਲਾ ਕਬਜ਼ੇ ਵਿੱਚ ਲੈ ਲਿਆ ਅਤੇ ਸਾਰੇ ਕੈਦੀ ਰਿਹਾ ਕਰ ਦਿੱਤੇ। ਨਵਾਬ ਸਾਹਿਬ ਜਾਂਦੇ ਜਾਂਦੇ ਕੋਤਵਾਲ ਨੂੰ ਕਹਿ ਗਏ ਕਿ ਆਪਣੇ ਹਾਕਮਾਂ ਨੂੰ ਕਹਿ ਦੇਵੇ ਕਿ ਸੱਚੇ ਪਾਤਸ਼ਾਹ ਦਾ ਥਾਪਿਆ ਕੋਤਵਾਲ ਸਰਦਾਰ ਕਪੂਰ ਸਿੰਘ ਆਇਆ ਸੀ ਅਤੇ ਜਦੋਂ ਤੱਕ ਹਾਕਮਾਂ ਨੂੰ ਖਬਰ ਪਹੁੰਚਦੀ ਸਿੰਘ ਉਹ ਗਏ ਉਹ ਜਾਂਦੇ ਸਨ। ਇਸ ਤੋਂ ਬਾਅਦ ਨਵਾਬ ਕਪੂਰ ਸਿੰਘ ਜੀ ਨੇ ਸਨ 1736 ਈਸਵੀ ਵਿੱਚ ਗੁਰੂ ਮਾਰੀ ਸਰਹੰਦ ਦੇ ਹਾਕਮਾਂ ਨੂੰ ਖੂਬ ਲੁੱਟਿਆ ਅਤੇ ਕੁੱਟਿਆ। ਫਿਰ ਉਹਨਾਂ ਨੇ ਪਟਿਆਲਾ ਰਿਆਸਤ ਵੱਲ ਜਾਣਾ ਕੀਤਾ ਜਿੱਥੇ ਬਾਬਾ ਆਲਾ ਸਿੰਘ ਜੀ ਨੇ ਉਹਨਾਂ ਦੀ ਬਹੁਤ ਆਓ ਭਗਤ ਕੀਤੀ। ਸਿੰਘਾਂ ਦੀ ਮਾਰੋ ਮਾਰ ਤੋਂ ਅੱਕ ਕੇ ਜ਼ਕਰੀਆ ਖਾਨ ਨੇ ਹੈਬਤ ਖਾਂ, ਸਲਾਬਤ ਖਾਂ, ਦੀਵਾਨ ਲਖਪਤ ਰਾਏ ਅਤੇ ਕੁਤਬਦੀਨ ਦੀ ਅਗਵਾਈ ਵਿੱਚ ਇੱਕ ਵੱਡੀ ਫੌਜ ਨੂੰ ਬੁੱਢਾ ਦਲ ਦੇ ਬਾਸਰਕੇ ਦੀ ਭੀੜ ਵਾਲੇ ਪੜਾਅ ਤੇ ਹਮਲਾ ਕਰਨ ਲਈ ਭੇਜਿਆ। ਇੱਥੇ ਹੀ ਖਾਲਸੇ ਨੇ ਡਟ ਕੇ ਵੈਰੀ ਦਾ ਮੁਕਾਬਲਾ ਕੀਤਾ। ਨਵਾਬ ਕਪੂਰ ਸਿੰਘ ਦੇ ਹੁਕਮ ਨੂੰ ਮੰਨ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸ਼ਾਹੀ ਫੌਜ ਦੇ ਅੱਖੀ ਘੱਟਾ ਪਾ ਕੇ ਸਰਹੰਦ ਤੋਂ ਲੁੱਟਿਆ ਖਜ਼ਾਨਾ ਲੈ ਕੇ ਨਿਕਲ ਗਏ। ਨਵਾਬ ਕਪੂਰ ਸਿੰਘ ਨੇ ਬੜੀ ਤਰਕੀਬ ਨਾਲ ਸ਼ਾਹੀ ਫੌਜ ਨੂੰ ਉਲਝਾਈ ਰੱਖਿਆ। ਥੱਕ ਹਾਰ ਕੇ ਜਦੋਂ ਸ਼ਾਹੀ ਫੌਜ ਲਾਹੌਰ ਵੱਲ ਜਾ ਰਹੀ ਸੀ, ਨਵਾਬ ਕਪੂਰ ਸਿੰਘ ਨੇ 200 ਸਿੰਘਾਂ ਦੇ ਜਥੇ ਨਾਲ ਫਿਰ ਤੋਂ ਹਮਲਾ ਕਰਕੇ ਸ਼ਾਹੀ ਫੌਜ ਦੀ ਅਗਵਾਈ ਕਰ ਰਹੇ ਲਖਪਤ ਰਾਏ ਦੇ ਭਤੀਜੇ ਦੁਨੀ ਚੰਦ, ਕਮਾਂਡਰ ਜਮਾਲ ਖਾਂ, ਤਤਾਰ ਖਾਂ ਸਮੇਤ ਹੋਰ ਕਈਆਂ ਨੂੰ ਪਾਰ ਬੁਲਾਇਆ। ਹੁਣ ਖਾਨ ਬਹਾਦਰ ਨੇ ਗੁੱਸੇ ਵਿੱਚ ਆ ਕੇ ਕਾਜ਼ੀ ਅਬਦੁਲ ਰਹਿਮਾਨ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਆਲੇ ਦੁਆਲੇ ਫੌਜ ਦਾ ਸਖਤ ਪਹਿਰਾ ਲਵਾ ਦਿੱਤਾ ਤਾਂ ਜੋ ਸਿੱਖਾਂ ਨੂੰ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਵਾਂਝਿਆ ਕੀਤਾ ਜਾ ਸਕੇ। ਹਕੂਮਤ ਦੇ ਪਹਿਰੇ ਤੋੜਦੇ ਹੋਏ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਅਤੇ ਭਾਈ ਥਰਾਜ ਸਿੰਘ ਨੇ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ ਅਤੇ ਜਾਂਦੇ ਹੋਏ ਕਾਜ਼ੀ ਅਬਦੁਲ ਰਹਿਮਾਨ ਅਤੇ ਉਸਦੇ ਪੁੱਤਰ ਨੂੰ ਵੀ ਮਾਰ ਗਏ। ਸਮਦ ਖਾਂ ਦੀ ਅਗਵਾਈ ਵਿੱਚ ਹਕੂਮਤ ਦੀ ਫੌਜ ਸਿੱਖਾਂ ਦੇ ਸਰਦਾਰ ਕਪੂਰ ਸਿੰਘ ਦੀ ਭਾਲ ਕਰ ਰਹੀ ਸੀ। ਇਸ ਦੌਰਾਨ 1737 ਵਿੱਚ ਹਕੂਮਤ ਨੇ ਸਰਕਾਰੀ ਟੈਕਸ ਨਾ ਭਰਨ ਦਾ ਬਹਾਨਾ ਬਣਾ ਕੇ ਭਾਈ ਮਨੀ ਸਿੰਘ ਜੀ ਸਮੇਤ ਹੋਰ ਕਈ ਸਿੰਘਾਂ ਨੂੰ ਸਖਤ ਤਸੀਹੇ ਦੇ ਕੇ ਨਖਾਸ ਚੌਂਕ ਲਾਹੌਰ ਵਿੱਚ
ਸ਼ਹੀਦ ਕਰ ਦਿੱਤਾ। ਸਿੱਖਾਂ ਵਿੱਚ ਇਸ ਬਾਰੇ ਬਹੁਤ ਗੁੱਸਾ ਸੀ, ਸੋ ਸਰਦਾਰ ਅਗੜ ਸਿੰਘ, ਭਾਈ ਬਾਜ ਸਿੰਘ ਨੇ ਭਾਈ ਸਾਹਿਬ ਦੇ ਕਾਤਲਾਂ ਨੂੰ ਮਾਰ ਮੁਕਾਇਆ। ਇੱਕ ਮੁੱਖ ਦੋਸ਼ੀ ਅਬਦੁਲ ਸਮਦ ਖਾਨ ਨੂੰ ਜੰਗ ਦੇ ਮੈਦਾਨ ਵਿੱਚ ਕਾਬੂ ਕਰਕੇ ਘੋੜਿਆਂ ਦੇ ਮਗਰ ਬੰਨ੍ਹ ਕੇ ਘਸੀਟਿਆ, ਪਰ ਜ਼ਕਰੀਆ ਖਾਂ ਖਾਲਸਾ ਤੋਂ ਡਰਦਾ ਫੌਜਾਂ ਦੇ ਪਹਿਰੇ ਅਧੀਨ ਕਿਲੇ ਵਿੱਚ ਹੀ ਲੁਕ ਕੇ ਬੈਠਾ ਰਿਹਾ ਤੇ ਬਾਹਰ ਆਉਣ ਦੀ ਉਸਨੇ ਹਿੰਮਤ ਨਾ ਕੀਤੀ। ਉਸ ਸਮੇਂ ਸਿੱਖ ਛੋਟੇ-ਛੋਟੇ ਜਥਿਆਂ ਵਿੱਚ ਵੰਡੇ ਹੋਏ ਸਨ, ਪਰ ਕਿਸੇ ਵੀ ਭੀੜਾ ਵੇਲੇ ਸਾਰੇ ਜਥੇ ਇਕੱਠੇ ਹੋ ਕੇ ਮੁਕਾਬਲਾ ਕਰਦੇ ਸਾਂਝੇ। ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਤੋਂ ਬਾਅਦ 1726 ਵਿੱਚ ਖਾਲਸਾ ਪੰਥ ਨੇ ਆਪਣੇ ਭਵਿੱਖ ਦੇ ਹਾਲਾਤਾਂ ਨਾਲ ਨਜਿੱਠਣ ਲਈ ਸ੍ਰੀ ਅੰਮ੍ਰਿਤਸਰ ਵਿਖੇ ਇਕੱਠ ਕੀਤਾ, ਜਿਸ ਵਿੱਚ ਇਹ ਫੈਸਲੇ ਲਏ ਗਏ ਕਿ ਖਾਲਸਾ ਪੰਥ ਦੀ ਮਜ਼ਬੂਤੀ ਲਈ ਹਕੂਮਤ ਦੇ ਖਜ਼ਾਨੇ ਲੁੱਟੇ ਜਾਣ। ਇਹ ਜੋ 3 ਫੈਸਲੇ ਨੇ ਮੈਂ ਆਪ ਜੀ ਨੂੰ ਸੁਣਾ ਰਿਹਾ। ਪਹਿਲਾ ਕਿ ਪੰਥ ਦੀ ਖਾਲਸਾ ਪੰਥ ਦੀ ਮਜ਼ਬੂਤੀ ਲਈ ਹਕੂਮਤ ਦੇ ਖਜ਼ਾਨੇ ਲੁੱਟੇ ਜਾਣ। ਦੂਸਰਾ, ਸ਼ਾਹੀ ਫੌਜਾਂ ਕੋਲੋਂ ਹਥਿਆਰ ਅਤੇ ਘੋੜਿਆਂ ਨੂੰ ਖੋਹਿਆ ਜਾਏ। ਅਤੇ ਤੀਸਰਾ, ਸਿੰਘਾਂ ਬਾਰੇ ਹਕੂਮਤ ਨੂੰ ਜਾਣਕਾਰੀ ਭੇਜ ਦੇਣ ਵਾਲੇ ਸਰਕਾਰੀ ਸੂਹੀਆਂ ਨੂੰ ਪਿੱਠੂਆਂ ਨੂੰ ਸੋਧਿਆ ਜਾਏ। ਜਥੇਦਾਰ ਦਰਬਾਰਾ ਸਿੰਘ ਨੇ ਸਰਦਾਰ ਕਪੂਰ ਸਿੰਘ ਨੂੰ ਯੋਗ ਜਾਣ ਕੇ ਮੁੱਖ ਜਥੇ ਦੇ ਤੌਰ ਤੇ ਪ੍ਰਵਾਨਗੀ ਦੇ ਦਿੱਤੀ। ਉਲੀਕੇ ਪ੍ਰੋਗਰਾਮ ਅਨੁਸਾਰ ਉਹਨਾਂ ਦੀ ਅਗਵਾਈ ਵਿੱਚ ਇੱਕ ਜਥਾ ਮਾਝੇ ਵੱਲ ਦੁਸ਼ਮਣਾਂ ਨੂੰ ਸੋਧਣ ਲਈ ਨਿਕਲ ਤੁਰਿਆ। 400 ਸਿੰਘਾਂ ਦੇ ਕਰੀਬ ਸਿੰਘਾਂ ਦੇ ਜਥੇ ਨੇ ਮਿਲ ਕੇ ਮੁਲਤਾਨ ਤੋਂ ਲਾਹੌਰ ਜਾ ਰਹੀ ਸ਼ਾਹੀ ਖਜ਼ਾਨੇ ਨੂੰ ਲੁੱਟਿਆ। ਇਸ ਤੋਂ ਬਾਅਦ ਕਸੂਰ ਤੋਂ ਲਾਹੌਰ ਜਾ ਰਹੇ ਸਿਪਾਹੀਆਂ ਪਾਸੋਂ 1 ਲੱਖ ਰੁਪਏ ਦੀ ਲੁੱਟ ਕੀਤੀ ਗਈ। ਮੁਰਤਜ਼ਾ ਖਾਨ ਜੋ ਸ਼ਾਹੀ ਦਰਬਾਰ ਨੂੰ ਘੋੜੇ ਵੇਚਦਾ ਸੀ, ਉਸ ਨੂੰ ਵੀ ਜਿਹੜਾ ਹੈ ਉਹ ਖੜਕਾਇਆ ਗਿਆ। ਇਸ ਤੋਂ ਇਲਾਵਾ ਕਾਬਲ ਤੋਂ ਦਿੱਲੀ ਜਾ ਰਹੀ ਸ਼ਾਹੀ ਫੌਜ ਨੂੰ ਲੁੱਟ ਕੇ ਸਿੰਘਾਂ ਨੇ ਹਥਿਆਰਾਂ ਅਤੇ ਘੋੜਿਆਂ ਦਾ ਵੱਡਾ ਜ਼ਖੀਰਾ ਆਪਣੇ ਕਾਬੂ ਕਰ ਲਿਆ। ਇੱਕ ਹੋਰ ਮਾਰ ਵਿੱਚ ਸਰਦਾਰ ਬੁੱਢਾ ਸਿੰਘ ਅਤੇ ਬਾਗ ਸਿੰਘ ਦੇ ਜਥਿਆਂ ਪੇਸ਼ਾਵਰ ਤੋਂ ਦਿੱਲੀ ਜਾ ਰਹੇ ਮੁਹੰਮਦ ਜ਼ਾਫਰ ਖਾਂ ਪਾਸੋਂ ਦਰਿਆ ਬਿਆਸ ਨੇੜੇ ਬਹੁਤ ਸਾਰਾ ਸੋਨਾ, ਚਾਂਦੀ ਆਦਿ ਲੁੱਟ ਲਿਆ। ਇਸ ਖੋਹਾ ਖਾਈ ਵਿੱਚ ਸਿੱਖਾਂ ਦੇ ਉੱਚੇ ਇਖਲਾਕ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦੋਂ ਸ਼ਾਹੀ ਖਜ਼ਾਨੇ ਦੇ ਭੁਲੇਖੇ ਸਿਆਲਕੋਟ ਦੇ ਇੱਕ ਵਪਾਰੀ ਸੇਠ ਪ੍ਰਤਾਪ ਚੰਦ ਦੇ ਲੁੱਟੇ ਖਜ਼ਾਨੇ ਨੂੰ ਉਹਨਾਂ ਨੇ ਜਾ ਕੇ ਉਹਨੂੰ ਵਾਪਸ ਕੀਤਾ। ਸ਼ਾਹੀ ਖਜ਼ਾਨਿਆਂ ਦੀ ਨਿੱਤ ਦੀਆਂ ਲੁੱਟਾਂ ਕਾਰਨ ਦਿੱਲੀ ਦੀ ਹਕੂਮਤ ਘਬਰਾ ਗਈ। ਹਕੂਮਤ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਮਦਦ ਲਈ ਫੌਜ ਦੀ ਇੱਕ ਟੁਕੜੀ ਭੇਜੀ ਤਾਂ ਜੋ ਲਾਹੌਰ ਦੀ ਫੌਜ ਨਾਲ ਮਿਲ ਕੇ ਜੰਗਲਾਂ ਬੇਲਿਆਂ ਵਿੱਚ ਪਨਾਹ ਲਈ ਬੈਠੇ ਸਿੰਘਾਂ ਨੂੰ ਖਤਮ ਕੀਤਾ ਜਾ ਸਕੇ। ਇਸ ਫੌਜ ਨਾਲ ਕਈ ਥਾਈਂ ਤੇ ਸਿੰਘਾਂ ਦੀ ਮੁੱਠ-ਭੇੜ ਵੀ ਹੋਈ, ਪਰ ਸਿੰਘਾਂ ਦੀ ਤਾਕਤ ਅਤੇ ਦਲੇਰੀ ਅੱਗੇ ਹਕੂਮਤ ਦੀ ਕੋਈ ਪੇਸ਼ ਨਾ ਗਈ। ਸੰਨ 1730 ਵਿੱਚ ਫਿਰ ਸਿੰਘਾਂ ਨੇ ਲਾਹੌਰ ਤੋਂ ਦਿੱਲੀ ਲਿਜਾਈ ਜਾ ਰਹੀ ਮਾਲੀਏ ਦੀ ਵੱਡੀ ਰਕਮ ਉਹਨਾਂ ਤੋਂ ਖੋਈ। ਸਿੰਘਾਂ ਦੇ ਬੁਲੰਦ ਹੌਸਲੇ ਨੂੰ ਤੋੜਨ ਲਈ ਜ਼ਕਰੀਆ ਖਾਨ ਨੇ ਗਸ਼ਤੀ ਫੌਜਾਂ ਨੂੰ ਪਿੰਡਾਂ ਵਿੱਚ ਭੇਜਿਆ ਤਾਂ ਕਿ ਸਿੱਖਾਂ ਦੇ ਹਮਾਇਤੀਆਂ ਦਾ ਪਤਾ ਲਗਾ ਸਕੇ ਤੇ ਉਹਨਾਂ ਨੂੰ ਖਤਮ ਕੀਤਾ ਜਾ ਸਕੇ। ਬਹੁਤ ਸਾਰੇ ਆਮ ਲੋਕਾਂ ਨੂੰ ਜ਼ਕਰੀਆ ਖਾਨ ਦੇ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ, ਪਰ ਖਾਲਸਾ ਫੌਜ ਤੱਕ ਪਹੁੰਚਣਾ ਉਸ ਵਾਸਤੇ ਨਾਮੁਮਕਿਨ ਸੀ। ਸੰਨ 1733 ਵਿੱਚ ਉਸਨੇ ਦਿੱਲੀ ਦਰਬਾਰ ਨਾਲ ਮਿਲ ਕੇ ਇੱਕ ਨਵਾਂ ਰਾਹ ਲੱਭਿਆ। ਲਾਹੌਰ ਦੀ ਹਕੂਮਤ ਨੇ ਸਿੰਘਾਂ ਉੱਤੋਂ ਗੁਰਧਾਮਾਂ ਦੀ ਯਾਤਰਾ ਅਤੇ ਪਿੰਡਾਂ ਵਿੱਚ ਵਿਚਰਨ ਦੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਅਤੇ ਸਿੰਘਾਂ ਵੱਲੋਂ ਸ਼ਾਹੀ ਖਜ਼ਾਨੇ ਦੀ ਲੁੱਟ ਨਾ ਕਰਨ ਬਦਲੇ ਗੁਜਰਾਨ ਦੇ ਤੌਰ ਤੇ ਦੀਪਾਲਪੁਰ, ਝਬਾਲ, ਕੰਗਨਵਾਲ ਆਦਿ ਜ਼ਕੀਰ ਅਤੇ 1 ਲੱਖ ਮੋਹਰਾਂ ਨਗਦ ਦੇਣ ਦੀ ਪੇਸ਼ਕਸ਼ ਕੀਤੀ। ਇਹ ਪੇਸ਼ਕਸ਼ ਭਾਈ ਸੁਬੇਗ ਸਿੰਘ ਦੀ ਮਾਰਫਤ ਭੇਜੀ। ਹਕੂਮਤ ਦੀ ਇਸ ਪੇਸ਼ਕਸ਼ ਨੂੰ ਖਾਲਸੇ ਨੇ ਮਿਲ ਬੈਠ ਕੇ ਵਿਚਾਰਿਆ। ਪਹਿਲਾਂ ਤਾਂ ਨਾ ਨੁਕਰ ਹੋਈ, ਫਿਰ ਕੁਝ ਸੂਝਵਾਨ ਆਗੂਆਂ ਨੇ ਸੁਝਾਅ ਦਿੱਤਾ ਕਿ ਜਿੰਨੀ ਦੇਰ ਹਕੂਮਤ ਦੀ ਦਿੱਤੀ ਜਾਗੀਰ ਦਾ ਫਾਇਦਾ ਉਠਾਇਆ ਜਾ ਸਕਦਾ ਹੈ, ਫਾਇਦਾ ਉਠਾਉਣਾ ਚਾਹੀਦਾ ਹੈ। ਇੱਕ ਤਾਂ ਇੰਨੀ ਦੇਰ ਵਿੱਚ ਸਿੰਘਾਂ ਨੂੰ ਪੱਕੇ ਪੈਰੀਂ ਖੜੇ ਹੋਣ ਦਾ ਮੌਕਾ ਮਿਲ ਜਾਏਗਾ। ਹਕੂਮਤ ਦੇ ਮੱਥੇ ਵਾਪਸ ਤਾਂ ਅਸੀਂ ਕਦੇ ਵੀ ਮਾਰ ਸਕਦੇ ਹਾਂ ਇਹ ਜੋ ਜਾਗੀਰ ਹੈ,
ਹੁਣ ਮਸਲਾ ਇਹ ਸੀ ਕਿ ਨਵਾਬੀ ਦੀ ਖਿਲਤ ਕਿਸ ਨੂੰ ਸਪੁਰਦ ਕੀਤੀ ਜਾਏ। ਖਾਲਸਾ ਜੀ, ਇਹ ਵੀ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ ਕਿ ਅੱਜ ਜਿਹੜੀ ਲੀਡਰਸ਼ਿਪ ਦੀ ਜਿਹੜੀ ਪਾਗਲਾਂ ਵਾਲੀਆਂ ਹਰਕਤਾਂ ਹਨ, ਜਿਵੇਂ ਆਪਣੇ ਆਪ ਨੂੰ ਵੇਚਿਆ ਜਾ ਰਿਹਾ ਹੈ, ਦੂਜਿਆਂ ਦੀ ਝੋਲੀ ਵਿੱਚ ਪਾਇਆ ਜਾ ਰਿਹਾ ਹੈ, ਔਰ ਉਸ ਸਮੇਂ ਅੰਦਰ ਇਹ ਹਕੂਮਤ ਜਿਹੜੀ ਹੈ ਨਵਾਬੀ ਹੈ, ਇਸ ਨੂੰ ਕੋਈ ਲੈਣ ਨੂੰ ਤਿਆਰ ਨਹੀਂ ਸੀ। ਤੇ ਇਹ ਕਿਸ ਤਰ੍ਹਾਂ ਦਿੱਤੀ ਗਈ, ਆਓ ਇਹ ਬੜਾ ਹੀ ਦਿਲਚਸਪ ਜਿਹੜੀ ਹੈ ਉਹ ਘਟਨਾ ਹੈ। ਉਸ ਸਮੇਂ ਸਿੰਘਾਂ ਵਿੱਚ ਭਾਈ ਦਰਬਾਰਾ ਸਿੰਘ ਅਤੇ ਸਰਦਾਰ ਕਪੂਰ ਸਿੰਘ ਜੀ ਦਾ ਬਹੁਤ ਸਤਿਕਾਰ ਸੀ। ਭਾਈ ਦਰਬਾਰਾ ਸਿੰਘ ਜੀ ਨੇ ਆਪਣੀ ਬਿਰਧ ਅਵਸਥਾ ਦਾ ਵਾਸਤਾ ਦੇ ਕੇ ਇਸ ਨਵਾਬੀ ਤੋਂ ਲਾਂਭੇ ਹੋਣਾ ਜਿਹੜਾ ਹੈ ਉਹ ਸੋਚਿਆ। ਹੁਣ ਨਵਾਬੀ ਸਰਦਾਰ ਕਪੂਰ ਸਿੰਘ ਜੀ ਦੀ ਝੋਲੀ ਪੈਣੀ ਸੀ। ਕਹਿੰਦੇ ਨੇ ਸਰਦਾਰ ਕਪੂਰ ਸਿੰਘ ਉਸ ਵੇਲੇ ਸੰਗਤਾਂ ਨੂੰ ਅੱਖਾਂ ਝੱਲਣ ਦੀ ਸੇਵਾ ਕਰ ਰਹੇ ਸਨ। ਧੰਨ ਹਨ ਉਹ ਲੀਡਰ ਜਿਹੜੇ ਬਹੁਤ ਹੀ ਟਾਪ ਤੇ ਹਨ, ਬੜੀਆਂ ਕੁਰਬਾਨੀਆਂ ਕਰਦੇ ਹਨ, ਬੜੇ ਬਹਾਦਰ ਹਨ, ਲੇਕਿਨ ਸੇਵਾ ਕਰਨ ਵਿੱਚ ਵੀ ਉਹ ਪਿੱਛੇ ਨਹੀਂ ਸਨ ਕਿਸੇ ਤੋਂ। ਤੇ ਅੱਜ ਦੇ ਲੀਡਰ ਆਪਣੀ ਸੇਵਾ ਕਰਾਉਂਦੇ ਹਨ ਤੇ ਤਾਂ ਆਪਣੀ ਲੀਡਰਸ਼ਿਪ ਨੂੰ ਚਮਕਾਉਂਦੇ ਹਨ। ਤੋ ਇਹ ਕਹਿੰਦੇ ਹਨ ਕਿ ਉਸ ਵੇਲੇ ਸਰਦਾਰ ਕਪੂਰ ਸਿੰਘ ਜੀ ਸੰਗਤਾਂ ਨੂੰ ਅੱਖਾਂ ਝੱਲਣ ਦੀ ਸੇਵਾ ਕਰ ਰਹੇ ਸਨ। ਸਿੰਘਾਂ ਨੂੰ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਦੀ ਕਲਗੀ ਸਜਾਉਣ ਲਈ ਹੁਕਮ ਦਿੱਤਾ। ਸਰਦਾਰ ਕਪੂਰ ਸਿੰਘ ਜੀ ਦੇ ਬੜੇ ਹੀ ਭਾਵਪੂਰਕ ਬਚਨ ਸਨ। ਉਹਨਾਂ ਹੱਥ ਜੋੜ ਕੇ ਕਿਹਾ, ਮੈਨੂੰ ਖਾਲਸਾ ਪੰਥ ਦਾ ਹਰ ਹੁਕਮ ਖਿੜੇ ਮਤੇ ਪ੍ਰਵਾਨ ਹੈ। ਮੈਂ ਨਵਾਬੀ ਦੀ ਖਿਲਤ ਤਾਂ ਝੋਲੀ ਪਵਾ ਲਵਾਂਗਾ, ਪਰ ਮੇਰੀ ਬੇਨਤੀ ਹੈ ਕਿ ਮੇਰੇ ਕੋਲੋਂ ਸਿੰਘਾਂ ਦੇ ਘੋੜਿਆਂ ਦੀ ਲਿਦ ਹਟਾਉਣ ਅਤੇ ਪਾਣੀ ਪੱਖੇ ਦੀ ਸੇਵਾ ਖੋਹੀ ਨਾ ਜਾਏ। ਧੰਨ ਨਵਾਬ ਕਪੂਰ ਸਿੰਘ ਜੀ ਸਨ। ਖੈਰ, ਨਵਾਬੀ ਦੀ ਖਿਲਤ ਵਿੱਚ ਸ਼ਾਲ, ਇੱਕ ਦਸਤਾਰ, ਇੱਕ ਜੜਾਊ ਕਲਗੀ, ਜਿਗਾ, 2 ਸੁਨਹਿਰੀ ਕੰਗਣ, ਕੈਂਠਾ, ਬਹੁਮੁੱਲੇ ਮੋਤੀਆਂ ਦੀ ਮਾਲਾ, ਕੱਪੜੇ ਅਤੇ ਜੜਾਊ ਸ਼ਮਸ਼ੀਰ ਆਦਿ ਪੰਜ ਪਿਆਰਿਆਂ ਦੇ ਚਰਨਾਂ ਨੂੰ ਛੁਆ ਕੇ ਨਵਾਬ ਕਪੂਰ ਸਿੰਘ ਜੀ ਨੂੰ ਪਹਿਨਾਏ ਗਏ। ਇਹਨਾਂ ਨੇ ਸਿੱਖਾਂ ਨੂੰ ਜੰਗਲਾਂ ਵਿੱਚੋਂ ਵਾਪਸ ਬੁਲਾ ਲਿਆ। ਨਵਾਬ ਕਪੂਰ ਸਿੰਘ ਜੀ ਸਮਝਦੇ ਸਨ ਕਿ ਹਕੂਮਤ ਨਾਲ ਮੇਲ ਕੋਈ ਲੰਮਾ ਚੱਲਣ ਵਾਲਾ ਨਹੀਂ ਹੈ। ਇਸ ਕਰਕੇ ਉਹਨਾਂ ਨੇ ਸਮੇਂ ਦਾ ਲਾਭ ਉਠਾਉਂਦੇ ਹੋਏ ਸਾਰੇ ਸਿੰਘਾਂ ਦਾ ਇਕੱਠ ਸ੍ਰੀ ਅੰਮ੍ਰਿਤਸਰ ਵਿਖੇ ਬੁਲਾਇਆ। ਜਥਿਆਂ ਵਿੱਚ ਤਾਲਮੇਲ ਕਰਨ ਤੇ ਠੀਕ ਤਰ੍ਹਾਂ ਪ੍ਰਬੰਧ ਕਰਨ ਲਈ ਸਾਰਿਆਂ ਜਥਿਆਂ ਨੂੰ ਇੱਕ ਥਾਂ ਕਰਕੇ ਇਹਨਾਂ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। 40 ਸਾਲ ਤੋਂ ਉੱਪਰ ਬੁੱਢਾ ਦਲ ਤੇ 40 ਸਾਲ ਤੋਂ ਥੱਲੇ ਦੇ ਧਰਨਾ ਦਲ। ਬੁੱਢਾ ਦਲ ਦੇ ਜਿੰਮੇ ਜੋ ਗੁਰਦੁਆਰਿਆਂ ਦੀ ਦੇਖਭਾਲ ਸੀ, ਸਿੱਖ ਪ੍ਰਚਾਰ ਤੇ ਸਿੱਖਾਂ ਦੇ ਹਿੱਤ ਕਾਰਜ ਕਰਨ ਦੀ ਸੇਵਾ, ਤੇ ਦੂਸਰਾ ਜੋ ਤਰਨਾ ਦਲ ਸੀ, ਇਸ ਵਿੱਚ ਨੌਜਵਾਨ ਸਨ ਜਿਨ੍ਹਾਂ ਨੂੰ ਫੌਜੀ ਜ਼ਿੰਮੇਦਾਰੀਆਂ, ਟਕਰਾਓ, ਅਗਰ ਲੋੜ ਪਵੇ ਤਾਂ ਜ਼ਿੰਮੇਦਾਰੀ ਸੌਂਪੀ ਗਈ। ਹਰੀ ਸਿੰਘ ਢਿੱਲੋਂ ਫੌਜ ਦਾ ਆਗੂ ਚੁਣਿਆ ਗਿਆ। ਨਵਾਬ ਕਪੂਰ ਸਿੰਘ ਦੋਨਾਂ ਦਲਾਂ ਨੂੰ ਜਥੇਬੰਦ ਕਰਦੇ ਰਹੇ, ਬੁੱਢਾ ਦਲ ਤੇ ਤਰਨਾ ਦਲ। ਤਰਨਾ ਦਲ ਦੀ ਵੱਧਦੀ ਸ਼ਕਤੀ ਚਲੀ ਗਈ ਤੇ ਫੌਜ 12,000 ਤੱਕ ਪੁੱਜ ਗਈ। ਨਵਾਬ ਕਪੂਰ ਸਿੰਘ ਨੇ ਸਹੀ ਜਥੇਬੰਦੀ ਲਈ ਇਸ ਨੂੰ 5 ਹਿੱਸਿਆਂ ਵਿੱਚ ਵੰਡ ਦਿੱਤਾ। ਹਰ ਇੱਕ ਦਾ ਅਲੱਗ ਖਿੱਤਾ ਬਣਾ ਦਿੱਤਾ। ਹਰ ਇੱਕ ਦਾ ਆਪਣਾ ਜਿਹੜਾ ਹੈ ਬੈਚ, ਡਰਮ ਅਤੇ ਆਪਣੀ ਸਟੇਟ ਬਣਾ ਦਿੱਤੀ। ਇਹ ਸਭ ਆਪੋ ਆਪਣੇ ਇਲਾਕਿਆਂ ਨੂੰ ਵਧਾਉਂਦੇ 1748 ਤੱਕ ਇਹ ਜਥਿਆਂ ਦੀ ਗਿਣਤੀ 65 ਤੱਕ ਪੁੱਜ ਗਈ। 29 ਮਾਰਚ 13 ਅਪ੍ਰੈਲ 1748 ਵਿੱਚ ਸਿੱਖਾਂ ਦੇ 65 ਦਲਾਂ ਦੀ ਸ਼ਕਤੀ ਨੂੰ ਇਕੱਠਾ ਕਰਕੇ ਇੱਕ ਸਰਬੱਤ ਖਾਲਸਾ ਦਲ ਦੀ ਅਗਵਾਈ ਵਿੱਚ 11 ਜਥਿਆਂ ਵਿੱਚ ਵੰਡ ਦਿੱਤਾ ਗਿਆ, ਜਿਸ ਨੂੰ ਬਾਅਦ ਵਿੱਚ ਮਿਸਲਾਂ ਕਿਹਾ ਜਾਣ ਲੱਗ ਪਿਆ, ਜਿਸ ਦੇ ਬਾਰੇ ਮੈਂ ਆਪ ਜੀ ਨਾਲ ਸ਼ੁਰੂ ਵਿੱਚ ਹੀ ਬੇਨਤੀ ਕਰ ਚੁੱਕਾ। ਤੇ ਇਹਨਾਂ ਮਿਸਲਾਂ ਦਾ ਖੇਤਰ ਸਤਲੁਜ ਨਦੀ ਤੇ ਇਸ ਪਾਰ ਸੀ। ਸਤਲੁਜ ਨਦੀ ਦੇ ਉਸ ਪਾਰ ਫੁਲਕੀਆ ਮਿਸਲ ਪਹਿਲੇ ਹੀ ਕਾਇਮ ਹੋ ਚੁੱਕੀ ਸੀ, ਜਿਸ ਦਾ ਖੇਤਰ ਮਾਲਵਾ ਸੀ। ਇਸ ਤਰ੍ਹਾਂ ਇਹ 12 ਮਿਸਲਾਂ ਪੰਜਾਬ ਦੇ ਤਕਰੀਬਨ ਰਾਜ ਹੀ ਕਰ ਰਹੀਆਂ ਸੀ ਤੇ ਕਿਸੇ ਦਾ ਹੀਆ ਨਹੀਂ ਸੀ ਪੈਂਦਾ ਇਹਨਾਂ ਨੂੰ ਵੰਗਾਰਨ ਦਾ। 13 ਅਪ੍ਰੈਲ 1748 ਈਸਵੀ ਨੂੰ ਵਿਸਾਖੀ ਦੇ ਦਿਨ ਸਿੱਖਾਂ ਨੇ ਦੇ 65 ਦਲਾਂ ਨੂੰ ਇੱਕ ਕਰਕੇ ਇੱਕ ਹੀ ਨਾਮ ਵਿੱਚ ਬਦਲ ਦਿੱਤਾ ਗਿਆ ਤੇ ਇਸ ਦਲ ਦਾ ਨਾਮ ਰੱਖਿਆ ਗਿਆ ਦਲ ਖਾਲਸਾ। ਹੁਣ ਨਵਾਬ ਕਪੂਰ ਸਿੰਘ ਜੋ ਉਸ ਸਮੇਂ ਤੱਕ ਕਾਫੀ ਬਜ਼ੁਰਗ ਹੋ ਚੁੱਕੇ ਸਨ,
ਭਵਿੱਖ ਵਿੱਚ ਸਿੱਖਾਂ ਦੇ ਨੇਤਰਤਵ ਵਾਸਤੇ, ਲੀਡਰਸ਼ਿਪ ਵਾਸਤੇ ਵੱਖ ਹੋ ਗਏ ਅਤੇ ਉਹਨਾਂ ਦੇ ਸਥਾਨ ਉੱਤੇ ਉਹਨਾਂ ਨੇ ਆਪਣੇ ਵਾਰਸ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਜਿਹੜਾ ਸੰਯੁਕਤ ਨੇਤਾ ਨਿਯੁਕਤ ਕੀਤਾ। ਅਗਲੇ 20 ਸਾਲਾਂ ਵਿੱਚ ਪ੍ਰਸਥਿਤੀ ਦੇ ਲੋੜ ਅਨੁਸਾਰ ਦਲ ਖਾਲਸਾ ਨੂੰ 11 ਵੱਡੇ ਦਲਾਂ ਵਿੱਚ ਵੰਡ ਦਿੱਤਾ ਗਿਆ। ਹਰ ਇੱਕ ਦਲ ਦਾ ਆਪਣਾ ਸਰਦਾਰ, ਆਪਣਾ ਨਿਸ਼ਾਨ ਅਤੇ ਆਪਣੀਆਂ ਉਪਲਬਧੀਆਂ ਹੁੰਦੀਆਂ ਸਨ। ਸ਼ਕਤੀ ਚਾਹੇ ਸਭ ਦੀ ਇੱਕੋ ਜਿਹੀ ਨਹੀਂ ਸੀ, ਪਰ ਕਿਸੇ ਵੀ ਮੁਸੀਬਤ ਵੇਲੇ ਸਭ ਇਕੱਠੇ ਹੁੰਦੇ। ਕੁਝ ਸਮਾਂ ਬਾਅਦ ਇਹ ਜਥੇ ਮਿਸਲਾਂ ਕਹਾਣ ਲੱਗ ਪਈਆਂ। ਸ਼ੁਰੂ ਵਿੱਚ ਜਿਵੇਂ ਮੈਂ ਬੇਨਤੀ ਕੀਤੀ ਹੈ, ਇਹ ਡਿਟੇਲ 11 ਤੇ ਫਿਰ 12 ਜਿਹੜੀ ਪਟਿਆਲਾ ਰਿਆਸਤ ਦੇ ਨਾਲ ਨਾਭਾ ਔਰ ਜੀਂਦ ਵੀ ਉਹ ਸ਼ਾਮਲ ਹੋ ਗਏ। ਨਵਾਬ ਕਪੂਰ ਸਿੰਘ ਜੀ ਹੁਣ ਬਹੁਤ ਬੁੱਢੇ ਹੋ ਗਏ ਸੀ। ਸੰਨ 1753 ਵਿੱਚ ਨਵਾਬ ਕਪੂਰ ਸਿੰਘ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਮਾਤਾ ਸੁੰਦਰ ਕੌਰ ਜੀ ਵੱਲੋਂ ਮਿਲੀ ਗਾਤਰੇ ਕਿਰਪਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਸੌਂਪਣਾ ਕੀਤੀ ਅਤੇ ਪ੍ਰਣ ਲਿਆ ਕਿ ਖਾਲਸਾ ਪੰਥ ਨੂੰ ਇਕਮੁੱਠ ਰੱਖਣਗੇ। ਜੱਸਾ ਸਿੰਘ ਆਹਲੂਵਾਲੀਆ ਜਦੋਂ 6 ਸਾਲ ਦੇ ਸੀ ਤਾਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਉਹਨਾਂ ਦਾ ਕੋਈ ਸਾਕ ਸੰਬੰਧੀ ਉਹਨਾਂ ਨੂੰ ਦਿੱਲੀ ਮਾਤਾ ਸੁੰਦਰ ਕੌਰ ਜੀ ਕੋਲ ਲੈ ਆਇਆ, ਜਿਨ੍ਹਾਂ ਦੀ ਦੇਖ ਰੇਖ ਵਿੱਚ ਉਹਨਾਂ ਨੇ ਮੁੱਢਲੀ ਵਿਦਿਆ ਪ੍ਰਾਪਤ ਕੀਤੀ। ਜਦ ਜਵਾਨ ਹੋਏ ਤਾਂ ਉਹਨਾਂ ਨੇ ਇਹਨਾਂ ਨੂੰ ਨਵਾਬ ਕਪੂਰ ਸਿੰਘ ਦੇ ਹਵਾਲੇ ਕਰ ਦਿੱਤਾ, ਜਿੱਥੇ ਉਹਨਾਂ ਨੇ ਆਪਣੀ ਮਿਹਨਤ, ਲਗਨ ਤੇ ਬਹਾਦਰੀ ਨਾਲ ਨਵਾਬ ਕਪੂਰ ਸਿੰਘ ਜੀ ਦਾ ਦਿਲ ਜਿੱਤ ਲਿਆ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮਾਤਾ ਸੁੰਦਰ ਕੌਰ ਜੀ ਕੋਲ ਰਹਿੰਦਿਆਂ ਹੋਇਆ ਜੱਸਾ ਸਿੰਘ ਆਹਲੂਵਾਲੀਆ ਨੇ ਕੀਰਤਨ ਸਿੱਖਿਆ ਔਰ ਬਹੁਤ ਵਧੀਆ ਆਪ ਜੀ ਕੀਰਤਨ ਆਸੇ ਦੀ ਵਾਰ ਦਾ ਕੀਰਤਨ ਕਰਦੇ ਹੁੰਦੇ ਸਨ। ਔਰ ਇਸ ਲਗਨ ਨੂੰ ਉਹ ਦੇਖਦੇ ਹੋਏ ਔਰ ਸਰੀਰਕ ਡੀਲ ਡੋਲ ਦੇਖ ਕਰ ਗਈ ਨਵਾਬ ਕਪੂਰ ਸਿੰਘ ਜੀ ਨੇ ਇਹਨਾਂ ਨੂੰ ਆਪਣਾ ਜਿਹੜਾ ਹੈ ਉਹ ਜਾਨਸ਼ੀਨ ਜਿਹੜਾ ਉਹ ਥਾਪਿਆ। ਤੋ ਇੱਥੇ ਇਹਨਾਂ ਦੀ ਮਿਹਨਤ ਲਗਨ ਨੂੰ ਦੇਖ ਕਰਕੇ ਹੀ ਇਹ ਜਿਹੜੇ ਹਨ ਨਵਾਬ ਕਪੂਰ ਸਿੰਘ ਜੀ ਦੇ ਵਾਰਸ ਬਣ ਗਏ। ਉਹਨਾਂ ਨੂੰ ਸਵਾਧੀਨਤਾ ਦੀ ਲੜਾਈ ਵਿੱਚ ਉਹ ਕੌਸ਼ਲ ਵਿਖਾਏ ਕਿ ਮੁਗਲਾਂ ਤੇ ਅਫਗਾਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਕੇ 1767 ਤੋਂ 1799 ਈਸਵੀ ਤੱਕ ਸਮੁੱਚੇ ਪੰਜਾਬ ਵਿੱਚ ਸਿੱਖ ਰਾਜ ਸਥਾਪਿਤ ਕਰ ਲਿਆ। ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਖੇਰੂ ਹੋਏ ਸਿੱਖ ਪੰਥ ਨੂੰ ਮੁੜ ਤੋਂ ਜਥੇਬੰਦ ਕਰਕੇ ਉਭਾਰਨ ਦਾ ਸਿਹਰਾ ਨਵਾਬ ਕਪੂਰ ਸਿੰਘ ਜਿਹੇ ਦੂਰਅੰਦੇਸ਼ੀ ਅਤੇ ਮਹਾਨ ਯੋਧੇ ਦੇ ਸਿਰ ਤੇ ਹੀ ਹੈ। ਇਹ ਮਿਸਲਾਂ ਸ਼ੁਰੂ ਵਿੱਚ 11 ਜਥੇ ਹੀ ਕਹਾਂਦੇ, ਪਰ ਹੌਲੀ ਜਥਾ ਸ਼ਬਦ ਦੇ ਸਥਾਨ ਉੱਤੇ ਮਿਸਲ ਸ਼ਬਦ ਦਾ ਪ੍ਰਯੋਗ ਹੋਣ ਲੱਗਾ। ਹਰ ਜਥੇ ਦੀ ਇੱਕ ਮਿਸਲ ਅਰਥਾਤ ਇੱਕ ਫਾਈਲ, ਜਿਵੇਂ ਮੈਂ ਬੇਨਤੀ ਕੀਤੀ ਹੈ ਕਿ ਅੰਮ੍ਰਿਤਸਰ ਕੇਂਦਰੀ ਦਫ਼ਤਰ ਵਿੱਚ ਹੋਇਆ ਕਰਦੀ ਸੀ। ਉਹ ਮਿਸਲ ਵਿੱਚ ਹਰ ਜਥੇ ਦੇ ਜਥੇਦਾਰਾਂ ਅਤੇ ਜਵਾਨਾਂ ਦੁਆਰਾ ਲੜੀਆਂ ਗਈਆਂ ਉਪਲਬਧੀਆਂ, ਉਹਨਾਂ ਦੀਆਂ ਗਤੀਵਿਧੀਆਂ ਔਰ ਇਹ ਸਾਰਿਆਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਸਿਪਾਹੀ ਅਤੇ ਜਥੇਦਾਰ ਨੂੰ ਜੋ ਕੁਝ ਪ੍ਰਾਪਤ ਹੁੰਦਾ ਸੀ, ਇਹ ਨੋਟ ਕਰਨ ਵਾਲੀ ਗੱਲ ਹੈ, ਉਹ ਆਪਣੀ ਮਿਸਲ ਵਿੱਚ ਦਰਜ ਕਰਵਾ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੰਦੇ ਸਨ। ਇਸ ਪ੍ਰਕਾਰ ਜਥਾ ਸ਼ਬਦ ਤਾਂ ਹਟ ਗਿਆ ਅਤੇ ਮਿਸਲ ਸ਼ਬਦ ਦਾ ਪ੍ਰਯੋਗ ਪ੍ਰਚਲਨ ਵਿੱਚ ਆ ਗਿਆ। ਮਿਸਲ ਦੇ ਜਿਹੜੀ ਹੈ ਸਿਪਾਹੀ ਅਤੇ ਜਥੇਦਾਰਾਂ ਨੂੰ ਜੋ ਕੁਝ ਪ੍ਰਾਪਤ ਹੁੰਦਾ ਉਹ ਸਾਂਝੇ ਤੌਰ ਦੇ ਉੱਪਰ ਹੀ ਉਸ ਨੂੰ ਮਲਕੀਅਤ ਹੁੰਦੀ, ਕਿਸੇ ਇੱਕ ਬੰਦੇ ਦੀ ਮਲਕੀਅਤ ਨਹੀਂ ਸੀ। ਇਹਨਾਂ ਮਿਸਲਾਂ ਵਿੱਚੋਂ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ 11-12 ਦਲਾਂ ਦੇ ਸਰਦਾਰ ਦੂਜੇ ਜਥਿਆਂ ਦੇ ਸਰਦਾਰਾਂ ਦੇ ਸਮਾਨ ਸਮਝੇ ਜਾਂਦੇ ਸਨ। ਮਤਲਬ ਕਿ ਸਾਰੇ ਸਿੱਖ, ਚਾਹੇ ਉਹ ਜਥੇਦਾਰ ਹੋਣ ਜਾਂ ਸਧਾਰਨ ਮੈਂਬਰ, ਸਭ ਨੂੰ ਬਰਾਬਰ ਸਮਝਿਆ ਜਾਂਦਾ ਸੀ। ਇਸ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਦਿੱਤੀ ਜਾਂਦੀ। ਲੜਾਈ ਖੇਤਰਾਂ, ਪੰਚਾਇਤੀ ਸਭਾਵਾਂ ਅਤੇ ਸਮਾਜਿਕ ਜੀਵਨ ਵਿੱਚ ਸਾਰੇ ਸਿੱਖ ਆਪਸ ਵਿੱਚ ਭਰਾਵਾਂ ਜਾਂ ਪਿਓ ਪੁੱਤਰ ਦੀ ਤਰ੍ਹਾਂ ਰਹਿੰਦੇ ਸਨ। ਆਪਸ ਵਿੱਚ ਮਿਲ ਕੇ ਰਹਿੰਦੇ, ਪਰ ਲੜਾਈ ਦੇ ਮੌਕੇ ਉੱਤੇ ਉਹ ਆਪਣੇ ਨੇਤਾਵਾਂ ਦਾ ਪੂਰੀ ਤਰ੍ਹਾਂ ਆਗਿਆ ਪਾਲਣ ਕਰਦੇ। ਹਾਂ, ਸ਼ਾਂਤੀ ਦੇ ਸਮੇਂ ਉਹਨਾਂ ਦੇ ਲਈ ਆਪਣੇ ਸਰਦਾਰਾਂ ਦੀ ਆਗਿਆ ਨੂੰ ਪਾਲਣ ਕਰਨਾ ਕੋਈ ਇੰਨਾ ਜ਼ਰੂਰੀ ਨਹੀਂ ਸੀ ਹੁੰਦਾ। ਮਿਸਲਾਂ ਦੇਖਣ ਨੂੰ ਚਾਹੇ ਵੱਖ-ਵੱਖ ਹੋ ਗਈਆਂ ਸਨ, ਪਰ ਵਾਸਤਵ ਵਿੱਚ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਸਨ। ਹਰ ਮਿਸਲ ਦਾ ਪ੍ਰਭਾਵ ਅਤੇ ਅਧਿਕਾਰ ਖੇਤਰ ਨਿਸ਼ਚਿਤ ਕਰ ਦਿੱਤਾ ਸੀ। ਪਰ ਸਮੂਹਕ ਆਫਤ ਦੇ ਸਮੇਂ ਇਹ ਮਿਸਲਾਂ ਇੱਕ ਦੂਜੇ ਦੇ ਨਾਲ ਮਿਲ ਕੇ
ਮੋਢੇ ਨਾਲ ਮੋਢਾ ਜੋੜ ਕੇ ਇੱਕ ਸਮਾਨ ਹੋ ਕੇ ਵੈਰੀ ਵੱਲੋਂ ਵੈਰੀ ਨਾਲ ਜੂਝਦੇ ਸਨ। ਦਲ ਖਾਲਸੇ ਦੇ ਨੇਤਰਤਵ ਦੇ ਹੇਠਾਂ ਉਹ ਇੱਕ ਦੂਜੇ ਵੱਲੋਂ ਵੱਖ ਹੋਣ ਦੀ ਸੋਚ ਵੀ ਨਹੀਂ ਸਨ ਸਕਦੇ। ਉਹ ਜੋ ਪੈਸਾ ਅਤੇ ਮਾਲ ਵੱਖਰੇ ਸਰੋਤਾਂ ਵੱਲੋਂ ਲਿਆਂਦੇ ਸਨ, ਉਹ ਇੱਕ ਜਗ੍ਹਾ ਉੱਤੇ ਜਮ੍ਹਾਂ ਕਰਵਾ ਕੇ ਮਿਲ ਵੰਡ ਕੇ ਛਕਦੇ ਸਨ। ਕਿਸੇ ਵੀ ਮਿਸਲ ਵਿੱਚ ਨਿੱਜੀ ਕਬਜ਼ੇ ਵਾਲੇ ਮਾਲ ਉੱਤੇ ਖੁਦਗਰਜੀ ਨਹੀਂ ਸੀ। ਵਿਸਾਖੀ ਅਤੇ ਦੀਵਾਲੀ ਦੇ ਸਮੇਂ ਜਦੋਂ ਉਹ ਅੰਮ੍ਰਿਤਸਰ ਵਿੱਚ ਇਕੱਠੇ ਹੁੰਦੇ ਤਾਂ ਆਪਣੀ ਵੱਖ-ਵੱਖ ਮਿਸਲਾਂ ਦੇ ਝੰਡਿਆਂ ਦੇ ਹੇਠਾਂ ਨਹੀਂ, ਸਗੋਂ ਦਲ ਖਾਲਸਾ ਦੀ ਛਤਰ ਛਾਇਆ ਹੇਠ ਇਕੱਠੇ ਹੁੰਦੇ ਅਤੇ ਆਪਣੇ ਆਪ ਨੂੰ ਸਰਬੱਤ ਖਾਲਸਾ ਕਹਿੰਦੇ। ਉਹ ਪੰਜ ਪਿਆਰੇ ਚੁਣਦੇ ਅਤੇ ਗੁਰਮਤਾ ਕਰਦੇ। 1748 ਈਸਵੀ ਦੇ ਬਾਅਦ ਉਹਨਾਂ ਨੂੰ ਕਈ ਇੱਕ ਜ਼ਰੂਰੀ ਗੁਰਮਤੇ ਵੀ ਪਾਸ ਕੀਤੇ। ਸਮੂਹਕ ਗੱਲਾਂ ਦੀਵਾਨ ਵਿੱਚ ਹੀ ਕਰਦੇ। ਅਬਦਾਲੀ ਦੇ ਹਮਲੇ, ਮੀਰ ਮੰਨੂ ਦੀ ਮਦਦ, ਸ਼ਾਹਬਾਜ਼ ਖਾਨ ਤੇ ਸਾਥ ਕੀ ਵਰਤਾਓ ਕਰਨਾ ਹੈ, ਉਹਨਾਂ ਦੇ ਲਈ ਇਹੀ ਸਮੂਹਕ ਗੱਲਾਂ ਹੁੰਦੀਆਂ। ਅਜਿਹਾ ਕਰਨ ਵੱਲੋਂ ਮਿਸਲਾਂ ਦੇ ਵੱਖ-ਵੱਖ ਹੋਣ ਉੱਤੇ ਵੀ ਸਮੂਹਕ ਧੜਕਣ ਬਣੀ ਰਹਿੰਦੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਿਸਲਾਂ ਦੇ ਜਥੇਦਾਰ ਦੀ ਰਾਏ ਆਪਣਾ ਵੱਖ ਪ੍ਰਭਾਵ ਰੱਖਦੀ ਸੀ, ਪਰ ਹਰ ਇੱਕ ਸਿਪਾਹੀ ਨੂੰ ਆਪਣੀ ਰਾਏ ਦੇਣ ਅਤੇ ਖੁੱਲ੍ਹੇ ਤੌਰ ਉੱਤੇ ਵਿਚਾਰ ਜ਼ਾਹਰ ਕਰਨ ਦਾ ਵੀ ਅਧਿਕਾਰ ਪ੍ਰਾਪਤ ਹੁੰਦਾ ਸੀ। ਦੂਜਾ, ਮਿਸਲ ਵਿੱਚ ਕੋਈ ਊਚ ਜਾਂ ਨੀਚ ਦਾ ਭੇਦ ਨਹੀਂ ਸੀ। ਮਨਸਬਦਾਰ ਦੀ ਤਰ੍ਹਾਂ ਗ੍ਰੇਡ ਨਿਸ਼ਚਿਤ ਨਹੀਂ ਸਨ ਅਤੇ ਨਾ ਹੀ ਅੱਜ ਦੀ ਤਰ੍ਹਾਂ ਰੈਂਕ ਰੁਤਬੇ ਵੀ ਮਿਲੇ ਹੋਏ ਸਨ। ਸਾਰੇ ਇੱਕ ਸਮਾਨ ਸਨ, ਜੋ ਬਰਾਬਰ ਦੇ ਅਧਿਕਾਰ ਰੱਖਦੇ ਸਨ। ਇੱਕ ਜਥੇਦਾਰ ਸਿਪਾਹੀ ਦਾ ਰੁਤਬਾ ਰੱਖਦਾ ਸੀ ਅਤੇ ਇੱਕ ਸਿਪਾਹੀ ਇੱਕ ਜਥੇਦਾਰ ਦਾ। ਮੈਂ ਫਿਰ ਰਿਪੀਟ ਕਰਦਾ ਕਿ ਇੱਕ ਜਥੇਦਾਰ ਇੱਕ ਸਿਪਾਹੀ ਦਾ ਰੁਤਬਾ ਰੱਖਦਾ ਸੀ ਤੇ ਇੱਕ ਸਿਪਾਹੀ ਇੱਕ ਜਥੇਦਾਰ ਦਾ। ਉਹ ਇੱਕ ਸਮਾਨ ਅਰਥਾਤ ਪਹਿਲਾ ਸਥਾਨ ਰੱਖਦੇ ਸਨ। ਜਥੇਦਾਰ ਦੀ ਮਰਜ਼ੀ ਕੋਈ ਆਖਰੀ ਮਰਜ਼ੀ ਨਹੀਂ ਸੀ ਹੁੰਦੀ। ਹਰ ਇੱਕ ਸਿਪਾਹੀ ਆਪਣੀ ਰਾਏ ਜਥੇਦਾਰ ਤੱਕ ਅਪੜਾ ਸਕਦਾ ਸੀ। ਉਸ ਸਮੇਂ ਦੇ ਸਾਹਮਣੇ ਦੇਖਣ ਵਾਲੇ ਮੌਲਵੀ ਵਲੀ ਔਲਾ ਸਦਕੀ ਨੇ ਲਿਖਿਆ ਹੈ ਕਿ ਸਿੱਖ ਮਿਸਲਾਂ ਦਾ ਹਰ ਮੈਂਬਰ ਆਜ਼ਾਦ ਸੀ। ਹਰ ਸਰਦਾਰ ਮਾਲਕ ਵੀ ਸੀ ਅਤੇ ਸੇਵਕ ਵੀ, ਹਾਕਮ ਵੀ ਤੇ ਮਤਾਹਤ ਵੀ। ਇਕਾਂਤ ਵਿੱਚ ਖੁਦਾ ਦਾ ਭਗਤ, ਫਕੀਰ ਅਤੇ ਪੰਥ ਵਿੱਚ ਮਿਲ ਕੇ ਦੁਸ਼ਮਣ ਦਾ ਲਹੂ ਪੀਣ ਵਾਲਾ ਮੌਤ ਦਾ ਫਰਿਸ਼ਤਾ ਹੁੰਦਾ ਸੀ। ਤੀਜਾ, ਸਿਪਾਹੀ ਨੂੰ ਅਧਿਕਾਰ ਸੀ ਕਿ ਉਹ ਇੱਕ ਮਿਸਲ ਵਿੱਚੋਂ ਨਿਕਲ ਕੇ ਕਿਸੇ ਦੂਜੀ ਮਿਸਲ ਵਿੱਚ ਸ਼ਾਮਲ ਹੋ ਸਕਦਾ ਸੀ। ਜੇਕਰ ਕੋਈ ਸਿਪਾਹੀ ਇੱਕ ਮਿਸਲ ਨੂੰ ਤਿਆਗ ਕੇ ਦੂਜੀ ਮਿਸਲ ਵਿੱਚ ਜਾਂਦਾ ਤਾਂ ਇਸ ਗੱਲ ਨੂੰ ਭੈੜਾ ਨਹੀਂ ਮੰਨਿਆ ਜਾਂਦਾ। ਇਸ ਤੋਂ ਇਜ਼ਹਾਰ ਹੁੰਦਾ ਹੈ ਕਿ ਸਭ ਮਿਸਲਾਂ ਦਾ ਜਿਹੜਾ ਨਿਸ਼ਾਨਾ ਇੱਕ ਹੀ ਸੀ। ਜੇਕਰ ਕੋਈ ਸਿੱਖ ਕਿਸੇ ਦੂਜੀ ਮਿਸਲ ਵਿੱਚ ਜਾਣ ਦੀ ਇੱਛਾ ਜ਼ਾਹਰ ਕਰਦਾ ਤਾਂ ਉਸ ਦਾ ਜਥੇਦਾਰ ਉਸ ਨੂੰ ਖੁਸ਼ੀ ਵੱਲੋਂ ਉੱਥੇ ਭੇਜ ਦਿੰਦਾ। ਇਸ ਪ੍ਰਕਾਰ ਦੂਜਾ ਜਥੇਦਾਰ ਉਸ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲੈਂਦਾ। ਇਸ ਛੁੱਟ ਦਾ ਇੱਕ ਮੁਨਾਫਾ ਇਹ ਵੀ ਸੀ ਕਿ ਹਰ ਸਿਪਾਹੀ ਦੀ ਵਿਅਕਤਿਤਵ, ਆਪਣੀ ਜਿਹੜੀ ਪਰਸਨੈਲਿਟੀ ਸੀ, ਉਹ ਕਾਇਮ ਰਹਿੰਦੀ ਸੀ। ਫਿਰ ਜਥੇਦਾਰ ਇਸ ਕੋਸ਼ਿਸ਼ ਵਿੱਚ ਰਹਿੰਦੇ ਸਨ ਕਿ ਹਰ ਸਿਪਾਹੀ ਉਹਨਾਂ ਨਾਲ ਸੰਤੁਸ਼ਟ ਰਹੇ। ਸਿਪਾਹੀ ਦੇ ਖੁਸ਼ ਰਹਿਣ ਦੀ ਸੂਰਤ ਵਿੱਚ ਉਸ ਦੀ ਮਿਸਲ ਛੱਡ ਕੇ ਜਾਣ ਦਾ ਕੋਈ ਕਾਰਨ ਹੀ ਨਹੀਂ ਰਹਿ ਜਾਂਦਾ ਸੀ। ਇਹਨਾਂ ਮਿਸਲਾਂ ਵਿੱਚ ਇੱਕ ਵੱਡਾ ਗੁਣ ਇਹ ਸੀ ਕਿ ਇਸ 11-12 ਦਲਾਂ ਦੇ ਸਰਦਾਰ ਦੂਜੇ ਜਥਿਆਂ ਦੇ ਸਰਦਾਰਾਂ ਦੇ ਬਰਾਬਰ ਸਮਝੇ ਜਾਂਦੇ ਸਨ। ਮਨਸ਼ਾ ਇਹ ਸੀ ਕਿ ਸਾਰੇ ਸਿੱਖ, ਚਾਹੇ ਉਹ ਨੇਤਾ ਹੋਣ ਜਾਂ ਸਧਾਰਨ ਮੈਂਬਰ, ਲੜਾਈ ਦਾ ਮੈਦਾਨ ਹੋਵੇ, ਪੰਚਾਇਤੀ ਸਭਾਵਾਂ ਜਾਂ ਸਮਾਜਿਕ ਜੀਵਨ, ਸਾਰੇ ਸਿੱਖ ਆਪਣੇ ਸਰਦਾਰਾਂ ਦੇ ਸਮਾਨ ਸਮਝੇ ਜਾਂਦੇ। ਪਰ ਲੜਾਈ ਦੇ ਮੌਕੇ ਉੱਤੇ ਉਹ ਆਪਣੇ ਨੇਤਾਵਾਂ ਦਾ ਪੂਰੀ ਤਰ੍ਹਾਂ ਆਗਿਆ ਪਾਲਣ ਕਰਦੇ ਸਨ। ਮਿਸਲਾਂ ਤੇ ਦੇਖਣ ਨੂੰ ਚਾਹੇ ਵੱਖ-ਵੱਖ ਹੋ ਗਈਆਂ ਸਨ, ਪਰ ਵਾਸਤਵ ਵਿੱਚ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਸਨ। ਜਿਵੇਂ ਮੈਂ ਉੱਪਰ ਬੇਨਤੀ ਕੀਤੀ ਹੈ ਕਿ ਇਹਨਾਂ ਦਾ ਰਿਟਰਨ ਜਿਹੜਾ ਵੈਲ ਡਿਫਾਈਨਡ ਏਰੀਆ ਹੁੰਦਾ ਸੀ, ਜਿੱਥੇ ਇਹ ਜਿਹੜੇ ਹਨ ਜਾ ਕਰਕੇ ਆਪਣੇ ਆਪ ਨੂੰ ਆਪਰੇਟ ਕਰਦੇ ਸਨ, ਔਰ ਉੱਥੇ ਜੋ ਵੀ ਪ੍ਰਾਪਤੀਆਂ ਹੁੰਦੀਆਂ ਸਨ ਉਹ ਇਹ ਨਾਲ ਲੈ ਕਰਕੇ ਆਉਂਦੇ ਸਨ। ਔਰ ਉੱਥੇ ਜੋ ਗੱਲਾਂ ਵੀ ਹੁੰਦੀਆਂ ਸਨ ਉਹਦਾ ਵੀ ਮੈਂ ਜ਼ਿਕਰ ਆਪ ਜੀ ਨਾਲ ਕੀਤਾ ਹੈ ਕਿ ਉਹ ਪੰਥ ਦੇ ਭਲੇ ਦੀਆਂ ਗੱਲਾਂ ਤੇ ਦੁਸ਼ਮਣ ਨੂੰ ਕਿਸ ਤਰੀਕੇ ਨਾਲ ਸੋਧਣਾ ਹੈ, ਇਸ ਬਾਰੇ ਵੀ ਉਹ ਵਿਚਾਰ ਰੱਖਦੇ ਤੇ ਸਾਰੇ ਹੀ ਇੱਕ ਦੂਜੇ ਦੇ ਨਾਲ ਖੁੱਲ੍ਹ ਕੇ ਵਿਚਾਰ ਦਿੰਦੇ
ਔਰ ਕੋਈ ਊਚ ਨੀਚ ਦਾ ਭੇਦ ਨਹੀਂ ਸੀ ਹੁੰਦਾ, ਔਰ ਕਿਸੇ ਨੂੰ ਵੀ ਕੋਈ ਅਲੱਗ ਤਰੀਕੇ ਨਾਲ ਬੈਚ ਵਗੈਰਾ ਨਹੀਂ ਸਨ ਦਿੱਤੇ ਜਾਂਦੇ, ਤੇ ਉਹ ਆਪਣੀ ਜੋ ਵੀ ਉਹਨਾਂ ਦੀ ਇੱਛਾ ਹੁੰਦੀ ਸੀਗੀ ਉਸ ਨੂੰ ਸਾਰਿਆਂ ਦੇ ਨਾਲ ਸਾਂਝੇ ਕਰਦੇ ਸਨ। ਤੋ ਆਓ ਹੁਣ ਜੋ 12 ਮਿਸਲਾਂ ਹਨ ਉਹਨਾਂ ਦਾ ਮੈਂ ਆਪ ਜੀ ਦੇ ਨਾਲ ਸੰਖੇਪ ਵੇਰਵਾ ਜਿਹੜਾ ਉਹ ਸਾਂਝੀ ਕਰਦਾ। ਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਕਈ ਮਿਸਲ ਦੀ। ਨਕਈ ਮਿਸਲ 12 ਸਿੱਖ ਮਿਸਲਾਂ ਵਿੱਚੋਂ ਇੱਕ ਸੀ। ਇਹ ਲਾਹੌਰ ਦੀ ਚੂਨੀਆਂ ਤਹਿਸੀਲ ਦੇ ਸੰਸਥਾਪਕ ਹਰੀ ਸਿੰਘ ਦੀ ਮਿਸਲ ਲਾਹੌਰ ਦੇ ਪੱਛਮ ਵੱਲ ਰਾਵੀ ਅਤੇ ਸਤਲੁਜ ਦਰਿਆ ਵਿਚਕਾਰਲੇ ਇਲਾਕੇ ਵਿੱਚ ਸਥਿਤ ਸੀ, ਜਿਸ ਨੂੰ ਨਾਕਾ ਕਿਹਾ ਜਾਂਦਾ ਸੀ। ਇੱਥੇ ਨਿੱਕੇ ਜਿਹੇ ਪਿੰਡ ਦੇ ਚੌਧਰੀ ਦਾ ਪੁੱਤਰ ਹੀਰਾ ਸਿੰਘ ਇਸ ਮਿਸਲ ਦਾ ਸਰਦਾਰ ਸੀ, ਜੋ ਬਹੁਤ ਬਹਾਦਰ ਤੇ ਦਲੇਰ ਸੀ। ਮਹਾਰਾਜਾ ਰਣਜੀਤ ਸਿੰਘ ਦੁਆਰਾ ਸ਼ੁਕਰ ਚੱਕੀਆ ਮਿਸਲ ਦੇ ਸਿੱਖ ਸਮਰਾਜ ਵਿੱਚ ਸ਼ਾਮਲ ਕੀਤੇ ਜਾਣ ਤੋਂ ਪਹਿਲਾਂ ਇਸ ਨੇ ਸਿਆਲਾਂ, ਪਠਾਨਾਂ ਅਤੇ ਖਰਲਾ ਦੇ ਵਿਰੁੱਧ ਲੜਾਈਆਂ ਲੜੀਆਂ। ਹਰੀ ਸਿੰਘ ਨੇ ਬਚਪਨ ਵਿੱਚ ਹੀ ਹਥਿਆਰਾਂ ਦੀ ਮਸ਼ਕ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ 1731 ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਆਪ ਜੀ ਸਿੰਘ ਸੱਜ ਗਏ। ਜਦੋਂ ਸਿੱਖਾਂ ਨੇ 1763 ਵਿੱਚ ਕਸੂਰ ਅਤੇ 1764 ਵਿੱਚ ਸਰਹੰਦ ਫਤਿਹ ਕੀਤਾ ਤਾਂ ਹਰੀ ਸਿੰਘ ਨੇ ਖੁੱਡੀਆਂ ਦੇ ਇਲਾਕੇ ਤੇ ਕਬਜ਼ਾ ਕਰ ਲਿਆ। 1748 ਵਿੱਚ ਹਰੀ ਸਿੰਘ ਦੀ ਸੇਵਾ ਵਿੱਚ 200 ਘੋੜਸਵਾਰ ਸਨ। ਹਰੀ ਸਿੰਘ ਹਿੰਦੂਆਂ ਦੀ ਪੁਕਾਰ ਤੇ ਗਊਆਂ ਦੀ ਰੱਖਿਆ ਲਈ ਪਾਕਪਟਨ ਦੇ ਗੱਦੀ ਨਸ਼ੀਨ ਨਾਲ ਲੜਾਈ ਵਿੱਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਉਸ ਉਪਰੰਤ ਉਸਦੇ ਭਤੀਜੇ ਨਾਹਰ ਸਿੰਘ ਨੂੰ ਇਸ ਮਿਸਲ ਦਾ ਨਿਗਰਾਨ ਥਾਪਿਆ ਗਿਆ। ਉਹ 9 ਮਹੀਨੇ ਬਾਅਦ 1768 ਵਿੱਚ ਹੀ ਕੋਟ ਕਮਾਲੀਆ ਦੀ ਲੜਾਈ ਵਿੱਚ ਸ਼ਹੀਦ ਹੋ ਗਏ। ਨਾਹਰ ਸਿੰਘ ਦਾ ਛੋਟਾ ਭਰਾ ਰਣ ਸਿੰਘ ਮਿਸਲ ਦਾ ਸਰਦਾਰ ਬਣਿਆ। ਉਸ ਸਮੇਂ ਵਿੱਚ ਨਕਈ ਮਿਸਲ ਦੀ ਸ਼ਕਤੀ ਅਤੇ ਇਲਾਕਾ ਕਾਫੀ ਵੱਧ ਗਏ। ਸਰਦਾਰ ਰਣ ਸਿੰਘ ਦੇ ਸਮੇਂ ਵਿੱਚ ਚੂਨੀਆਂ, ਕਸੂਰ, ਸ਼ਰਕਪੁਰ, ਗੁਗੇਰਾ ਆਦਿ ਇਲਾਕਿਆਂ ਤੋਂ 9 ਲੱਖ ਰੁਪਏ ਦਾ ਸਾਲਾਨਾ ਮਾਲੀਆ ਆਉਂਦਾ ਸੀ। ਰਣ ਸਿੰਘ ਕੋਲ 2000 ਘੋੜਸਵਾਰ, ਊਠ ਤੇ ਸਵਾਰ, ਜੰਬਰੂਕ ਤੇ ਤੋਪਾਂ ਆਦਿ ਸਨ। ਉਸ ਨੇ ਬਹਿਰਵਾਲ ਨੂੰ ਆਪਣਾ ਜਿਹੜਾ ਹੈ ਉਹ ਕੈਪੀਟਲ ਬਣਾਇਆ। 1781 ਵਿੱਚ ਰਣ ਸਿੰਘ ਦੀ ਜੋ ਮੌਤ ਹੋ ਗਈ, ਸਰਦਾਰ ਰਣ ਸਿੰਘ ਦਾ ਵੱਡਾ ਸਪੁੱਤਰ ਭਗਵਾਨ ਸਿੰਘ ਮਿਸਲ ਦਾ ਚੀਫ ਬਣਿਆ। ਇਸ ਦੀ ਭੈਣ ਦਾਤਾਰ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਪਟਰਾਣੀ ਬਣੀ। ਦਾਤਾਰ ਕੌਰ ਦੀ ਕੁੱਖੋਂ ਹੀ ਵਲੀ ਅਹਿਦ ਖੜਕ ਸਿੰਘ ਪੈਦਾ ਹੋਇਆ। ਮਹਾਰਾਣੀ ਦਾਤਾਰ ਕੌਰ ਨੂੰ ਮਾਈ ਨਕਾਇਨ ਕਹਿ ਕੇ ਵੀ ਜਾਣਿਆ ਜਾਂਦਾ ਸੀ। ਭਗਵਾਨ ਸਿੰਘ ਤੋਂ ਬਾਅਦ ਉਸ ਦਾ ਛੋਟਾ ਭਰਾ ਗਿਆਨ ਸਿੰਘ ਮਿਸਲ ਦਾ ਸਰਦਾਰ ਬਣਿਆ, ਜਿਸ ਦੀ 1807 ਵਿੱਚ ਮੌਤ ਹੋ ਗਈ। ਗਿਆਨ ਸਿੰਘ ਦਾ ਸਪੁੱਤਰ ਕਾਹਨ ਸਿੰਘ ਸੀ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ 15,000 ਰੁਪਏ ਸਾਲਾਨਾ ਦੀ ਜਗੀਰ ਦੇ ਦਿੱਤੀ ਅਤੇ ਉਸ ਦੇ ਸਾਰੇ ਇਲਾਕੇ ਲਾਹੌਰ ਦਰਬਾਰ ਵਿੱਚ ਸ਼ਾਮਲ ਕਰ ਲਏ। ਹੁਣ ਗੱਲ ਕਰਦੇ ਹਾਂ ਆਹਲੂਵਾਲੀਆ ਮਿਸਲ ਦੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਈਸਵੀ ਨੂੰ ਸਰਦਾਰ ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਕੁੱਖੋਂ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਉੱਪਰ ਅਸੀਂ ਬੜੀ ਡਿਟੇਲ ਦੇ ਨਾਲ ਇੱਥੇ ਪੂਰਾ ਇੱਕ ਲੈਕਚਰ ਕਰ ਚੁੱਕੇ ਹਾਂ, ਤਾਂ ਮੈਂ ਇਸ ਦੇ ਬਾਰੇ ਜ਼ਿਆਦਾ ਆਪ ਜੀ ਦੇ ਨਾਲ ਵਿਚਾਰ ਨਹੀਂ ਕਰਾਂਗਾ। ਤੇ ਹੁਣ ਅੱਗੋਂ ਆਪਾਂ ਗੱਲ ਕਰਦੇ ਹਾਂ ਕਿ ਜੋ ਇਹਨਾਂ ਦਾ ਰਾਜਨੀਤਿਕ ਜੀਵਨ ਸੀ, ਉਸ ਬਾਤੇ ਵੀ ਅਸੀਂ ਆਪ ਜੀ ਦੇ ਨਾਲ ਵਿਚਾਰ ਕਰ ਚੁੱਕੇ ਹਾਂ। ਤੋ ਅੱਗੋਂ ਹੁਣੀ ਗੱਲ ਕਰਦੇ ਹਾਂ ਕਨਈਆ ਮਿਸਲ ਦੀ। ਕਨਈਆ ਮਿਸਲ ਦੀ ਸਥਾਪਨਾ ਸਰਦਾਰ ਜੈ ਸਿੰਘ ਨੇ ਕੀਤੀ, ਜੋ ਕਿ ਲਾਹੌਰ ਦੇ ਦੱਖਣ ਪੱਛਮ ਵੱਲ 15 ਮੀਲ ਦੇ ਫਾਸਲੇ ਉੱਤੇ ਸਥਿਤ ਪਿੰਡ ਕਾਣਾ ਦਾ ਰਹਿਣ ਵਾਲਾ ਸੀ। ਜੈ ਸਿੰਘ ਨੇ 1739 ਦੇ ਕਰੀਬ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ ਦੀ ਚੜ੍ਹਤ ਦੇਖ ਕੇ ਖੰਡੇ ਦਾ ਪਾਹੁਲ ਸਰਦਾਰ ਕਪੂਰ ਸਿੰਘ ਜੀ ਦੇ ਜਥੇ ਕਾਸੋਂ ਪ੍ਰਾਪਤ ਕੀਤਾ। ਅੰਮ੍ਰਿਤਸਰ ਵਿਖੇ ਸਰਦਾਰ ਜੈ ਸਿੰਘ ਨੇ 1749 ਦੇ ਕਰੀਬ 400 ਘੋੜ ਸਵਾਰ ਇਕੱਠੇ ਕਰ ਲਏ ਸਨ। 1754 ਵਿੱਚ ਜੈ ਸਿੰਘ ਦਾ ਭਰਾ ਝੰਡਾ ਸਿੰਘ ਰਾਵਲਕੋਟ ਦੇ ਸਰਦਾਰ ਨਿਧਾਨ ਸਿੰਘ ਹੱਥੋਂ ਜਿਹੜੀ ਹੈ ਉਹ ਲੜਾਈ ਦੇ ਵਿੱਚ ਉਹ ਮਾਰਿਆ ਗਿਆ। ਜੈ ਸਿੰਘ ਨੇ ਝੰਡਾ ਸਿੰਘ ਦੀ ਪਤਨੀ ਦੇਸਾਂ ਉੱਤੇ ਚਾਦਰ ਪਾ ਲਈ। ਹਾਲਾਂਕਿ ਜੈ ਸਿੰਘ ਪਹਿਲਾਂ ਹੀ ਹਮੀਰ ਸਿੰਘ ਨਾਭਾ ਦੀ ਸਪੁੱਤਰੀ ਨਾਲ ਵਿਆਹ ਹੋਇਆ ਸੀ। ਝੰਡਾ ਸਿੰਘ ਦੇ ਇਲਾਕੇ ਵੀ ਜੈ ਸਿੰਘ ਦੇ ਕਬਜ਼ੇ ਹੇਠ ਆ ਗਏ। ਹੁਣ ਜੈ ਸਿੰਘ ਦੀ ਗਿਣਤੀ ਵੱਡੇ ਸਰਦਾਰਾਂ ਵਿੱਚ ਹੋਣ ਲੱਗ ਪਈ। ਉਸ ਦੇ ਨਾਗ, ਮੁਕੇਰੀਆਂ, ਹਾਜੀਪੁਰ,
ਪਠਾਨਕੋਟ, ਧਰਮਕੋਟ ਤੇ ਸੁਜਾਨਪੁਰ ਆਦਿ ਉੱਤੇ ਵੀ ਕਬਜ਼ਾ ਕਰ ਲਿਆ। ਹੁਣ ਦੂਰ ਦੂਰ ਦੇ ਪਹਾੜੀ ਰਾਜੇ ਜਿਵੇਂ ਕਿ ਕਾਂਗੜਾ, ਨੂਰਪੁਰ, ਦਾਤਾਰਪੁਰ ਆਦਿ ਉਸ ਨੂੰ ਨਜ਼ਰਾਨੇ ਭੇਟ ਕਰਨ ਲੱਗ ਪਏ। 1774 ਵਿੱਚ ਜੈ ਸਿੰਘ ਨੇ ਅੰਮ੍ਰਿਤਸਰ ਵਿੱਚ ਕਟੜਾ ਬਾਜ਼ਾਰ ਬਣਵਾਇਆ, ਜਿਸ ਨੂੰ ਕਟੜਾ ਕਨਈਆ ਕਿਹਾ ਜਾਂਦਾ ਸੀ। 1782 ਵਿੱਚ ਰਾਜਾ ਸੰਸਾਰ ਚੰਦ ਕਾਂਗੜੇ ਦਾ ਰਾਜਾ ਬਣਿਆ। ਉਹ ਕਾਂਗੜੇ ਦੇ ਜ਼ਿਲ੍ਹੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸਨੇ ਕਈ ਵਾਰ ਕਿਲੇ ਉੱਤੇ ਹਮਲਾ ਕੀਤਾ, ਪਰ ਕਾਮਯਾਬੀ ਨਾ ਮਿਲੀ। ਅਖੀਰ ਕਨਈਆ ਤੋਂ ਮਦਦ ਮੰਗੀ। ਜੈ ਸਿੰਘ ਨੇ ਆਪਣੇ ਸਪੁੱਤਰ ਗੁਰਬਖਸ਼ ਸਿੰਘ ਤੇ ਸਰਦਾਰ ਬਘੇਲ ਸਿੰਘ ਨੂੰ ਖਾਲਸਾ ਫੌਜ ਨਾਲ ਭੇਜਿਆ। ਕਾਂਗੜੇ ਦਾ ਕਿਲਾ ਫਤਿਹ ਹੋ ਗਿਆ। ਜੈ ਸਿੰਘ 81 ਵਰ੍ਹਿਆਂ ਦਾ ਸੀ ਜਦੋਂ 1793 ਵਿੱਚ ਉਸ ਦੀ ਮੌਤ ਹੋ ਗਈ। ਗੁਰਬਖਸ਼ ਸਿੰਘ ਦੀ ਮੌਤ 1785 ਵਿੱਚ ਅਚਲ ਬਟਾਲਾ ਵਿਖੇ ਹੋਈ ਲੜਾਈ ਵਿੱਚ ਹੋ ਚੁੱਕੀ ਸੀ। ਕਨਈਆ ਮਿਸਲ ਦਾ ਕੰਟਰੋਲ ਸਰਦਾਰ ਜੈ ਸਿੰਘ ਦੀ ਨੂੰਹ ਰਾਣੀ ਸਦਾ ਕੌਰ ਕੋਲ ਚਲਾ ਗਿਆ। ਰਾਣੀ ਸਦਾ ਕੌਰ ਨੇ ਆਪਣੀ ਬੇਟੀ ਮਹਿਤਾਬ ਕੌਰ ਦੀ ਸ਼ਾਦੀ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨਾਲ ਕਰ ਦਿੱਤੀ, ਜਿਸ ਨਾਲ ਦੋਹਾਂ ਮਿਸਲਾਂ ਸ਼ਕਤੀਸ਼ਾਲੀ ਹੋ ਗਈਆਂ। ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਖੜਕ ਸਿੰਘ ਦੇ ਸਹੁਰੇ ਜੈਮਲ ਸਿੰਘ ਦੀ ਮੌਤ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਜੈਮਲ ਸਿੰਘ ਦਾ ਸਾਰਾ ਖਜ਼ਾਨਾ, ਜੋ ਕਿ ਉਸਨੇ ਫਤਿਹਗੜ੍ਹ ਦੇ ਕਿਲੇ ਵਿੱਚ ਰੱਖਿਆ ਹੋਇਆ ਸੀ, ਉੱਤੇ ਕਬਜ਼ਾ ਕਰ ਲਿਆ। ਉਸਦੇ ਸਾਰੇ ਇਲਾਕੇ ਖੜਕ ਸਿੰਘ ਦੇ ਨਾਂ ਕਰ ਦਿੱਤੇ। ਇੱਕ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰ ਦੀ ਹਸੀਅਤ ਰੱਖਣ ਵਾਲੀ ਰਾਣੀ ਸਦਾ ਕੌਰ ਦੇ ਇਲਾਕੇ ਵੀ ਹੌਲੀ ਹੌਲੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਬਜ਼ੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ। ਰਾਣੀ ਸਦਾ ਕੌਰ ਕੋਲੋਂ ਬਟਾਲਾ ਖੋਹ ਕੇ ਮਹਾਰਾਜੇ ਨੇ ਆਪਣੇ ਬੇਟੇ ਕੰਵਰ ਸ਼ੇਰ ਸਿੰਘ ਦੇ ਨਾਂ ਕਰ ਦਿੱਤਾ। ਰਾਣੀ ਚਾਹੁੰਦੀ ਸੀ ਕਿ ਉਹ ਕਨਈਆ ਮਿਸਲ ਦੀ ਸੁਤੰਤਰ ਰੂਪ ਵਿੱਚ ਸਰਦਾਰਨੀ ਬਣੀ ਰਹੇ, ਪਰ ਜਦੋਂ ਮਹਾਰਾਜੇ ਨੇ ਦੇਖਿਆ ਕਿ ਰਾਣੀ ਖੁਫੀਆ ਤੌਰ ਉੱਤੇ ਸਰ ਚਾਰਲਸ ਮੈਟਕਾਫ ਅਤੇ ਸਰ ਡੇਵਿਡ ਅਖਤਰ ਲੋਨੀ ਨਾਲ ਗੱਲਬਾਤ ਕਰ ਰਹੀ ਹੈ, ਤਾਂ ਮਹਾਰਾਜਾ ਨੇ ਉਸਦੇ ਬਾਕੀ ਇਲਾਕੇ ਸਰਦਾਰ ਦੇਸਾ ਸਿੰਘ ਮਜੀਠੀਆ ਦੀ ਗਵਰਨਰਸ਼ਿਪ ਅਧੀਨ ਕਰ ਦਿੱਤੇ ਅਤੇ ਰਾਣੀ ਨੂੰ ਕੈਦ ਕਰ ਲਿਆ। ਉਸ ਦੀ 1832 ਵਿੱਚ ਹੀ ਹਿਰਾਸਤ ਵਿੱਚ ਹੀ ਮੌਤ ਹੋ ਗਈ। ਹੁਣ ਗੱਲ ਕਰਦੇ ਹਾਂ ਡੱਲੇ ਵਾਲੀਆ ਮਿਸਲ ਦੀ। ਧਨਵਾਦੀ ਮਿਸਲ ਗੁਲਾਬ ਸਿੰਘ ਡੱਲੇ ਵਾਲਿਆ ਇਸ ਮਿਸਲ ਦਾ ਮੋਢੀ ਸੀ। ਇਸ ਮਿਸਲ ਵਿੱਚ 5000 ਘੋੜਸਵਾਰ ਸਨ। ਗੁਲਾਬ ਸਿੰਘ ਡੱਲੇ ਵਾਲਿਆ ਦੀ ਮੌਤ ਸਨ 1759 ਵਿੱਚ ਹੋਈ ਸੀ। ਉਹਨਾਂ ਦਾ ਜਨਮ ਸਥਾਨ ਧਨਵਾਲੀਆ, ਜੋ ਡੇਰਾ ਬਾਬਾ ਨਾਨਕ ਦੇ ਨੇੜੇ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦਰਿਆ ਰਾਵੀ ਦੇ ਸੱਜੇ ਕੰਢੇ ਤੇ ਸਥਿਤ ਹੈ। ਇਸ ਮਿਸਲ ਨੇ ਮਾਝਾ ਦੇ ਖੇਤਰ ਵਿੱਚ ਨਕੋਦਰ, ਰਾਹੋ, ਫਿਲੌਰ ਅਤੇ ਬਿਲਗਾ ਦੇ ਖੇਤਰਾਂ 'ਚ ਰਾਜ ਕੀਤਾ ਸੀ। ਗੁਲਾਬ ਸਿੰਘ ਡੱਲੇਵਾਲਿਆਂ ਦੀ ਮੌਤ ਤੋਂ ਬਾਅਦ ਉਸ ਦਾ ਉੱਤਰਾਧਿਕਾਰੀ ਸਰਦਾਰ ਤਾਰਾ ਸਿੰਘ ਘਾਬਾ ਇਸ ਮਿਸਲ ਦਾ ਰਾਜ ਭਾਗ ਉਹਨੇ ਸੰਭਾਲਿਆ। ਇਹਨਾਂ ਨੇ ਆਪਣੇ ਰਾਜ ਨੂੰ ਅੰਬਾਲਾ ਤੱਕ ਵਧਾਇਆ। ਇਹਨਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਨਾਲ ਮਿਲਾ ਲਿਆ। ਨਿਸ਼ਾਨ ਵਾਲੀਆ ਮਿਸਲ। ਨਿਸ਼ਾਨ ਵਾਲੀਆ ਮਿਸਲ ਦੇ ਬਾਨੀਆਂ ਵਿੱਚ ਸੰਗਤ ਸਿੰਘ ਤੇ ਦਸੌਂਧਾ ਸਿੰਘ ਦੋ ਭਰਾਵਾਂ ਦਾ ਨਾਂ ਆਉਂਦਾ ਹੈ। 1734 ਵਿੱਚ ਦਸੌਂਧਾ ਸਿੰਘ ਤਰਨਾਦੁਲ ਦੇ ਮੋਹਰੀਆਂ ਵਿੱਚੋਂ ਇੱਕ ਸੀ। ਉਹ ਬੜਾ ਜਾਨਦਾਰ ਅਤੇ ਮਜ਼ਬੂਤ ਵਿਅਕਤੀ ਸੀ। ਇਸ ਲਈ ਜਦੋਂ ਕਦੀ ਦਲ ਖਾਲਸਾ ਇੱਕ ਸਥਾਨ ਤੋਂ ਦੂਸਰੇ ਸਥਾਨ ਲਈ ਕੂਚ ਕਰਦਾ ਤਾਂ ਦਸੌਂਧਾ ਸਿੰਘ ਨਾਲ ਦਲ ਖਾਲਸਾ ਦੇ ਅੱਗੇ ਨਿਸ਼ਾਨ ਲੈ ਕੇ ਮਾਰਚ ਕਰਦਾ। ਦਸੌਂਧਾ ਸਿੰਘ ਤੇਗ ਦਾ ਬੜਾ ਧਨੀ ਸੀ। ਜਨਵਰੀ 1764 ਵਿੱਚ ਉਸਨੇ ਵੀ ਹੋਰ ਮਿਸਲਦਾਰਾਂ ਵਾਂਗ ਸਰਹੰਦ ਦੀ ਲੜਾਈ ਵਿੱਚ ਹਿੱਸਾ ਲਿਆ। ਉਸ ਸਮੇਂ ਉਸਨੇ ਉਸਦੇ ਹਿੱਸੇ ਵਿੱਚ ਸਿੰਘਾਂਵਾਲਾ, ਸਾਹਨੇਵਾਲ, ਸਰਾਏ ਲਸ਼ਕਰੀ ਖਾਨ, ਦੁਰਾਹਾ, ਅਮਲੋ, ਜੀਰਾ ਅਤੇ ਲਿੱਦੜ ਦੇ ਪਿੰਡ ਮਿਲੇ। ਬਾਅਦ ਵਿੱਚ ਉਸਨੇ ਅੰਬਾਲਾ ਅਤੇ ਸ਼ਾਹਬਾਦ, ਮਾਰਕੰਡਾ ਉੱਤੇ ਵੀ ਕਬਜ਼ਾ ਕਰ ਲਿਆ ਅਤੇ ਅੰਬਾਲਾ ਨੂੰ ਆਪਣਾ ਸਦਰ ਮੁਕਾਮ ਹੈੱਡਕੁਆਰਟਰ ਬਣਾਇਆ। ਦਸੌਂਧਾ ਸਿੰਘ 1767 ਵਿੱਚ ਡਰੋਲੀ ਵਿਖੇ ਬਰਾੜਾ ਨਾਲ ਲੜਾਈ ਲੜਦਾ ਮੱਥੇ ਤੇ ਗੋਲੀ ਲੱਗਣ ਨਾਲ ਜਿਹੜਾ ਹੈ ਉਹ ਮਾਰਿਆ ਗਿਆ। ਉਸਦਾ ਭਰਾ ਸੰਗਤ ਸਿੰਘ ਨਿਸ਼ਾਨ ਵਾਲੀਆ ਮਿਸਲ ਦਾ ਸਰਦਾਰ ਬਣਿਆ। ਉਹ ਬਹੁਤ ਦਲੇਰ ਅਤੇ ਬਹਾਦਰ ਯੋਧਾ ਸੀ। ਉਸਨੇ ਦੂਸਰੀ ਵਾਰ ਸਰਹੰਦ ਉੱਤੇ ਹਮਲਾ ਕੀਤਾ। ਉਸਨੇ ਆਪਣੀ ਰਾਜਧਾਨੀ ਅੰਬਾਲਾ ਨੂੰ ਚੋਰਾਂ ਡਾਕੂਆਂ ਤੋਂ ਸੁਰੱਖਿਅਤ ਰੱਖਣ ਲਈ ਇਸ ਦੇ ਗਿਰਦ ਮਜ਼ਬੂਤ ਦੀਵਾਰ ਬਣਵਾਈ। ਸੰਗਤ ਸਿੰਘ ਅੰਬਾਲੇ ਦਾ ਚਾਰਜ ਆਪਣੇ ਸਾਲੇ ਧਿਆਨ ਸਿੰਘ ਨੂੰ ਦੇ ਕੇ ਆਪ ਸਿੰਘ ਵਾਲੇ ਰਹਿਣ ਲੱਗ ਪਿਆ ਤੇ 1774 ਵਿੱਚ ਹੀ ਅਕਾਲ ਚਲਾਣਾ ਕਰ ਗਿਆ। ਧਿਆਨ ਸਿੰਘ ਨੇ ਅੰਬਾਲੇ ਵੱਲ ਕੋਈ ਧਿਆਨ ਨਾ ਦਿੱਤਾ
ਜਿਸ ਕਰਕੇ ਗੁਰਬਖਸ਼ ਸਿੰਘ ਅਤੇ ਲਾਲ ਸਿੰਘ ਉੱਤੇ ਸੁਤੰਤਰ ਰਾਜੇ ਬਣ ਬੈਠੇ। ਨਿਸ਼ਾਨ ਵਾਲੀਆ ਮਿਸਲ ਦੀ ਤਾਕਤ ਸੰਗਤ ਸਿੰਘ ਦੇ ਦਿਨਾਂ ਵਿੱਚ 12,000 ਘੋੜਸਵਾਰਾਂ ਤੱਕ ਪਹੁੰਚ ਗਈ ਸੀ। ਗੁਰਬਖਸ਼ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਰਾਣੀ ਦਇਆ ਕੌਰ ਅੰਬਾਲਾ ਕੇ ਕੁਝ ਇਲਾਕਿਆਂ ਉੱਤੇ ਰਾਜ ਕਰਦੀ ਰਹੀ, ਜੋ ਕਿ ਇੱਕ ਕੁਸ਼ਲ ਇਨਸਾਫ ਪਸੰਦ ਪ੍ਰਸ਼ਾਸਕ ਸੀ। ਉਸ ਦੇ ਸਮੇਂ ਚੋਰਾਂ ਦੇ ਹੱਥ ਕੱਢ ਦਿੱਤੇ ਜਾਂਦੇ ਸਨ ਤੇ ਕੁੜੀਆਂ ਨੂੰ ਛੇੜਨ ਵਾਲੀਆਂ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਸਨ। ਸਖਤ ਸਜ਼ਾਵਾਂ ਦੇਣ ਕਾਰਨ ਰਾਣੀ ਦੇ ਅੰਬਾਲਾ ਸ਼ਹਿਰ ਵਿਚਲੇ ਘਰ ਨੂੰ ਜ਼ੁਲਮਗੜ੍ਹ ਕਿਹਾ ਜਾਂਦਾ ਸੀ। ਇਹ ਖੂਬਸੂਰਤ ਘਰ ਹੁਣ ਢਹਿ ਢੇਰੀ ਹੋਇਆ ਹੈ ਅਤੇ ਇਸ ਦੀਆਂ ਕੁਝ ਦੀਵਾਰਾਂ ਹੀ ਖੰਡਰ ਦੇ ਰੂਪ ਵਿੱਚ ਖੜੀਆਂ ਹਨ। ਫੁਲਕੀਆ ਮਸਲ ਪਟਿਆਲਾ, ਨਾਭਾ ਅਤੇ ਜੀਂਦ ਦੀਆਂ ਸਿੱਖ ਰਿਆਸਤਾਂ ਦੇ ਰਾਜ ਫੁਲਕੀਆ ਮਿਸਲ ਨਾਲ ਸੰਬੰਧ ਰੱਖਦੇ ਹਨ। ਇਹ ਸਿੱਖ ਹਾਕਮ ਆਪਣੇ ਆਪ ਨੂੰ ਚੌਧਰੀ ਫੂਲ ਦੀ ਅੰਸ਼ ਵਿੱਚੋਂ ਦੱਸਦੇ ਹਨ। ਫੂਲ ਦੀ ਅੰਸ਼ ਵਿੱਚ ਚੌਧਰੀ ਰਾਮ ਸਿੰਘ, ਜਿਸਨੇ ਗੁਰੂ ਗੋਬਿੰਦ ਸਿੰਘ ਪਾਸੋਂ ਅੰਮ੍ਰਿਤ ਛਕਿਆ ਸੀ, ਦੇ ਪੁੱਤਰ ਆਲਾ ਸਿੰਘ ਨੇ 1714 ਵਿੱਚ ਇਸ ਮਿਸਲ ਦੀ ਕਮਾਨ ਸੰਭਾਲੀ। ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਮੁਗਲਾਂ ਨਾਲ ਜੂਝ ਰਿਹਾ ਸੀ। ਆਲਾ ਸਿੰਘ ਬੜਾ ਬਹਾਦਰ ਅਤੇ ਸੂਝਵਾਨ ਵਿਅਕਤੀ ਸੀ। ਆਲਾ ਸਿੰਘ ਨੂੰ ਪਟਿਆਲੇ ਦੇ ਆਸ-ਪਾਸ 30 ਪਿੰਡਾਂ ਉੱਤੇ ਆਧਾਰਿਤ ਆਪਣਾ ਇੱਕ ਸੁਤੰਤਰ ਰਾਜ ਕਾਇਮ ਕਰ ਲਿਆ ਸੀ। ਉਸਨੇ ਮੁਗਲਾਂ, ਅਫਗਾਨੀਆਂ ਅਤੇ ਮਰਾਠਿਆਂ ਨਾਲ ਆਪਣੇ ਸਿਆਸੀ ਸੰਬੰਧ ਬਣਾਏ। 1763 ਵਿੱਚ ਬਾਬਾ ਆਲਾ ਸਿੰਘ ਨੇ ਪਟਿਆਲੇ ਕਿਲੇ ਦੀ ਨੀਂਹ ਰੱਖੀ, ਜਿਸ ਨੂੰ ਕਿਲਾ ਮੁਬਾਰਕ ਦਾ ਨਾਂ ਦਿੱਤਾ ਗਿਆ। ਇਸ ਦੇ ਆਸ-ਪਾਸ ਹੀ ਮੌਜੂਦਾ ਪਟਿਆਲਾ ਸ਼ਹਿਰ ਵਸਾਇਆ ਗਿਆ। 1761 ਵਿੱਚ ਪਾਣੀਪਤ ਦੀ ਤੀਸਰੀ ਲੜਾਈ ਵਿੱਚ ਅਫਗਾਨੀਆਂ ਕੋਲੋਂ ਮਰਾਠਿਆਂ ਨੂੰ ਲੱਕ ਤੋੜਵੀਂ ਹਾਰ ਹੋਈ। ਉਸ ਸਮੇਂ ਪੰਜਾਬ ਦੇ ਸਿੱਖ ਮਿਸਲਦਾਰ ਈਸਟ ਇੰਡੀਆ ਕੰਪਨੀ ਕਾਂਗੜਾ ਦੇ ਹਿੰਦੂ ਰਾਜੇ ਆਪਣੀ ਸੁਰੱਖਿਆ ਲਈ ਚਿੰਤਤ ਹੋ ਗਏ। ਪਰ ਅਜਿਹੇ ਸਮੇਂ ਅਹਿਮਦ ਸ਼ਾਹ ਅਬਦਾਲੀ ਦਾ ਸਾਥ ਦੇਣ ਕਾਰਨ ਬਾਬਾ ਆਲਾ ਸਿੰਘ ਨੂੰ ਅਬਦਾਲੀ ਨੇ ਇੱਕ ਨਗਾਰਾ ਅਤੇ ਸ਼ਾਹੀ ਚਿੰਨ੍ਹ ਪ੍ਰਦਾਨ ਕੀਤਾ। ਬਾਬਾ ਆਲਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪੋਤੇ ਅਮਰ ਸਿੰਘ ਨੂੰ ਅਬਦਾਲੀ ਨੇ ਰਾਜਾਏ ਰਾਜਗਾਨ ਦਾ ਟਾਈਟਲ ਦਿੱਤਾ। ਉਸ ਨੂੰ ਆਪਣਾ ਸਿੱਕਾ ਜਾਰੀ ਕਰਨ ਦੀ ਵੀ ਇਜਾਜ਼ਤ ਦਿੱਤੀ। ਪਟਿਆਲੇ ਦੇ ਹਾਕਮਾਂ ਵੱਲੋਂ ਅਫਗਾਨੀਆਂ ਨੂੰ ਸਹਿਯੋਗ ਦਿੱਤੇ ਜਾਣ ਕਾਰਨ ਦਲ ਖਾਲਸਾ ਵਿੱਚ ਫੁਲਕੀਆ ਮਿਸਲ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਦਲ ਖਾਲਸਾ 11 ਮਿਸਲਾਂ ਹੀ ਜਿਹੜੀਆਂ ਹਨ ਉਹ ਸ਼ਾਮਲ ਸਨ। 18ਵੀਂ ਸਦੀ ਦੇ ਅੰਤਲੇ ਸਾਲ ਵਿੱਚ ਪੰਜਾਬ ਵਿੱਚ ਰਣਜੀਤ ਸਿੰਘ ਦੇ ਉਭਾਰ ਕਾਰਨ ਫੁਲਕੀਆ ਰਿਆਸਤ ਦੇ ਹਾਕਮ ਬਹੁਤ ਚਿੰਤਤ ਹੋ ਉੱਠੇ। ਪਟਿਆਲੇ ਦੇ ਰਾਜੇ ਨੇ 1808 ਵਿੱਚ ਅੰਗਰੇਜ਼ਾਂ ਨਾਲ ਰਣਜੀਤ ਸਿੰਘ ਦੇ ਖਿਲਾਫ ਆਪਣੀ ਸੁਰੱਖਿਆ ਲਈ ਸੰਧੀ ਕਰ ਲਈ। ਪਟਿਆਲਾ ਦੇ ਹਾਕਮ ਰਾਜਾ ਕਰਮ ਸਿੰਘ, ਰਾਜਾ ਨਰਿੰਦਰ ਸਿੰਘ, ਰਾਜਾ ਮਹਿੰਦਰ ਸਿੰਘ, ਰਾਜਾ ਰਜਿੰਦਰ ਸਿੰਘ, ਰਾਜਾ ਭੁਪਿੰਦਰ ਸਿੰਘ ਦੀ ਅੰਗਰੇਜ਼ ਬਹੁਤ ਇੱਜ਼ਤ ਕਰਦੇ ਸਨ। ਹਿੰਦੁਸਤਾਨ ਦੇ ਸਿਆਸੀ ਨਕਸ਼ੇ ਉੱਤੇ ਮਹਾਰਾਜਾ ਭੁਪਿੰਦਰ ਸਿੰਘ ਦੇ ਸਮੇਂ ਪਟਿਆਲਾ ਦੀ ਰਿਆਸਤ ਦਾ ਖਾਸ ਮੁਕਾਮ ਸੀ। ਨਾਭਾ ਅਤੇ ਜੀਂਦ ਦੋਹਾਂ ਰਿਆਸਤਾਂ ਦਾ ਵਡੇਰਾ ਤਿਲੋਕਾ ਫੂਲ ਦਾ ਸਪੁੱਤਰ ਸੀ। ਇਹ ਦੋਵੇਂ ਰਿਆਸਤਾਂ ਫੂਲਕੀਆ ਮਿਸਲ ਦੀਆਂ ਮੈਂਬਰ ਸਨ। ਤਿਲੋਕੇ ਦੇ ਦੋ ਸਪੁੱਤਰ ਗੁਰਦਿੱਤਾ ਅਤੇ ਸੁਖਚੈਨ। ਗੁਰਦਿੱਤਾ ਨਾਭਾ ਰਿਆਸਤ ਦਾ ਵਡੇਰਾ ਸੀ ਅਤੇ ਸੁਖਚੈਨ ਜੀਂਦ ਰਿਆਸਤ ਦਾ। ਗੁਰਦਿੱਤਾ 1752 ਵਿੱਚ ਅਕਾਲ ਚਲਾਣਾ ਕਰ ਗਿਆ ਅਤੇ ਉਸਦੇ ਪੋਤੇ ਹਮੀਰ ਸਿੰਘ ਨੇ 1755 ਵਿੱਚ ਨਾਭਾ ਰਿਆਸਤ ਦੀ ਸਥਾਪਨਾ ਕੀਤੀ। ਉਹ ਨਾਭਾ ਰਿਆਸਤ ਦਾ ਪਹਿਲਾ ਰਾਜਾ ਕਿਹਾ ਜਾ ਸਕਦਾ ਹੈ। ਰਾਜਾ ਹਮੀਰ ਸਿੰਘ ਦੀ ਮੌਤ ਤੋਂ ਬਾਅਦ ਰਾਜਾ ਜਸਵੰਤ ਸਿੰਘ 1790 ਵਿੱਚ ਨਾਭਾ ਰਿਆਸਤ ਦਾ ਹਾਕਮ ਬਣਿਆ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਮਰਥਕ ਸੀ, ਪਰ ਜਦ ਜੀਂਦ ਅਤੇ ਪਟਿਆਲਾ ਰਿਆਸਤਾਂ ਵਾਂਗ ਉਸਨੇ ਵੀ ਲਾਹੌਰ ਦੇ ਮਹਾਰਾਜੇ ਰਣਜੀਤ ਸਿੰਘ ਦੀ ਵੱਧਦੀ ਤਾਕਤ ਦੇ ਡਰ ਤੋਂ ਅੰਗਰੇਜ਼ਾਂ ਦੀ ਛਤਰੀ ਹੇਠ ਆਉਣ ਵਿੱਚ ਹੀ ਭਲਾ ਸਮਝਿਆ। 1880 ਵਿੱਚ ਨਾਭੇ ਦੇ ਹਾਕਮਾਂ ਨੂੰ ਅੰਗਰੇਜ਼ਾਂ ਵੱਲੋਂ ਮਹਾਰਾਜਾ ਅਤੇ ਰਾਜਾਏ ਰਾਜਗਾਨ ਦੇ ਟਾਈਟਲ ਦਿੱਤੇ ਗਏ। ਗਜਪਤ ਸਿੰਘ ਫੂਲ ਦੇ ਪੜਪੋਤੇ ਫੁਲਕੀਆ ਮਿਸਲ ਦੇ ਸੰਸਥਾਪਕ ਨੇ ਵੀ ਸਰਹੰਦ ਫਤਿਹ ਕਰਨ ਵਿੱਚ ਹਿੱਸਾ ਲਿਆ ਸੀ, ਜਿਸ ਕਰਕੇ ਜੀਂਦ ਅਤੇ ਸਫੀਦੋ ਦੇ ਇਲਾਕੇ ਉਸ ਦੇ ਹਿੱਸੇ ਵਿੱਚ ਆਏ। ਗਜਪਤ ਸਿੰਘ ਨੇ ਜਦੋਂ ਜੀਂਦ ਨੂੰ ਆਪਣਾ ਹੈੱਡਕੁਆਟਰ ਬਣਾ ਲਿਆ ਅਤੇ ਇੱਟਾਂ ਦਾ ਇੱਕ ਕਿਲਾ ਤਾਮੀਰ ਕਰਵਾਇਆ। 1772 ਵਿੱਚ ਮੁਗਲ ਬਾਦਸ਼ਾਹ ਸ਼ਾਹ ਆਲਮ ਨੇ ਗਜਪਤ ਸਿੰਘ ਨੂੰ ਰਾਜਾ ਦੀ ਉਪਾਧੀ ਦਿੱਤੀ। ਇਸ ਤੋਂ ਬਾਅਦ ਗਜਪਤ ਸਿੰਘ ਨੇ ਜੀਂਦ ਉੱਤੇ ਆਪਣਾ ਸੁਤੰਤਰ ਹਾਕਮ ਦੇ ਤੌਰ ਉੱਤੇ ਰਾਜ ਕੀਤਾ ਅਤੇ ਆਪਣੇ ਨਾਂ ਦਾ ਸਿੱਕਾ ਵੀ ਜਾਰੀ ਕੀਤਾ। ਰਾਜਾ ਗਜਪਤ ਸਿੰਘ ਨੇ ਵੀ ਆਪਣੀ ਬੇਟੀ ਰਾਜ ਕੌਰ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ
ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਿਆਹ ਦਿੱਤੀ। ਜਦੋਂ ਮਹਾਂ ਸਿੰਘ ਦਾ ਸਪੁੱਤਰ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣਿਆ ਤਾਂ ਗਜਪਤ ਸਿੰਘ ਦੀ ਬੇਟੀ ਰਾਜਮਾਤਾ ਬਣ ਗਈ। ਉਸਨੇ ਰੋਹਤਕ, ਗੋਹਾਨਾ ਅਤੇ ਹਿਸਾਰ ਦੇ ਇਲਾਕੇ ਵੀ ਜਿੱਤ ਕੇ ਜੀਂਦ ਵਿੱਚ ਸ਼ਾਮਲ ਕਰ ਲਏ। ਰਾਜਾ ਗਜਪਤ ਸਿੰਘ ਦੀ 1786 ਵਿੱਚ ਮੌਤ ਹੋ ਗਈ ਤੇ ਗਜਪਤ ਸਿੰਘ ਦਾ ਸਪੁੱਤਰ ਭਾਗ ਸਿੰਘ ਜੀਂਦ ਦਾ ਨਵਾਂ ਹਾਕਮ ਬਣਿਆ। ਭਾਗ ਸਿੰਘ ਨੇ 1803 ਵਿੱਚ ਮਰਾਠਿਆਂ ਦੇ ਖਿਲਾਫ ਲਾਰਡ ਲੇਕ ਦੀ ਮਦਦ ਕੀਤੀ, ਜਿਸ ਦੇ ਬਦਲੇ ਗੋਹਾਨਾ ਉੱਤੇ ਉਸ ਦੇ ਕਬਜ਼ੇ ਵਿੱਚ ਆ ਗਿਆ। 1819 ਵਿੱਚ ਰਾਜਾ ਭਾਗ ਸਿੰਘ ਦੀ ਮੌਤ ਤੋਂ ਪਿੱਛੋਂ ਫਤਿਹ ਸਿੰਘ ਰਾਜਾ ਬਣਿਆ ਤੇ 1822 ਵਿੱਚ ਫਤਿਹ ਸਿੰਘ ਦੀ ਮੌਤ ਤੋਂ ਬਾਅਦ ਸੰਗਤ ਸਿੰਘ, ਜਿਸ ਦੀ ਅਚਾਨਕ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਰਿਆਸਤ ਜੀਂਦ ਦੇ ਲੁਧਿਆਣਾ, ਮੁਦਕੀ ਆਦਿ ਦੇ 150 ਪਿੰਡਾਂ ਉੱਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਸਤਲੁਜ ਪਾਰ ਦੇ ਤਲਵੰਡੀ ਅਤੇ ਹਲਵਾਰਾ ਆਦਿ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤੇ। ਤੋ ਅੱਜ ਦੇ ਵਿਚਾਰ ਵਿੱਚ ਮੈਂ ਬਾਕੀ ਮਿਸਲਾਂ ਦਾ ਨਹੀਂ ਕਰ ਸਕਿਆ। ਇਹਨਾਂ ਦਾ ਅਗਲੀ ਵਾਰੀ ਲੈਕਚਰ ਦੇ ਵਿੱਚ ਮੈਂ ਆਪ ਜੀ ਨਾਲ ਹੋਰ ਤੱਥ ਲੈ ਕਰਕੇ ਆਪ ਜੀ ਨਾਲ ਸਾਂਝਾ ਕਰਾਂਗਾ। ਤੋ ਅੱਜ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸਾਰੇ ਬਖਸ਼ਣਹਾਰੋ, ਬਖਸ਼ ਲੈਣਾ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।